ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ। ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ ਰਾਮ। ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ। ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ ਰਾਮ। ਅਵਗਤੋ ਹਰਿ ਨਾਥ ਨਾਥ ਹੈ ਤਿਸੈ ਭਾਵੈ ਸੋ ਥੀਐ। ਕਿਰਪਾਲ ਸਦਾ ਦਇਆਲ ਦਾਤਾ ਜੀਆਂ ਅੰਦਰ ਤੂੰ ਜੀਐ। ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ। ਭੇਖ ਭਵਨੀ ਹਠ ਨਾ ਜਾਣਾ ਨਾਨਕਾ ਸਚ ਗਹਿ ਰਹੇ। ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ। ਭੇਖ ਭਵਨੀ ਹਠ ਨਾ ਜਾਣਾ ਨਾਨਕਾ ਸਚ ਗਹਿ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠੀ ਸਤਿਕਾਰਯੋਗ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠ ਕਰ ਸਤ ਸੰਗਤ ਕਰਨ ਗੁਰਬਾਣੀ ਕੀਰਤਨ ਨੂੰ ਸਰਵਣ ਕਰਨ ਦਾ ਸੁਭਾਗ ਸਮਾਂ ਸਾਨੂੰ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਇਸ ਬ੍ਰਹਿਮੰਡ ਦੇ ਸਭ ਤੋਂ ਬਰਕਤਮਈ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਅੱਜ ਅੰਮ੍ਰਿਤ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਜੋ ਪਾਵਨ ਪਵਿੱਤਰ ਬਚਨ ਸ੍ਰੀ ਮੁਖਵਾਕ ਸਾਹਿਬ ਜੀ ਦੇ ਰੂਪ ਅੰਦਰ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਹਿਤ ਬਖਸ਼ਿਸ਼ ਕੀਤੇ ਹਨ। ਤਿਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਦੇ ਨਾਲ ਜੁੜਨ ਦੇ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਇਕੱਤਰ ਹੋਏ ਹੋ। ਆਓ ਸਤਿਗੁਰੂ ਜੀ ਦੇ ਪਾਸੋਂ ਮਿਹਰਾਮਤ ਨੂੰ ਹਾਸਲ ਕਰਦਿਆਂ ਹੋਇਆਂ ਇਹਨਾਂ ਅਗੰਮੀ ਬਚਨਾਂ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਸਰੀਰ ਆਪ ਜੀ ਗੁਰੂ ਕੇ ਹਜ਼ੂਰ ਵਿਖੇ ਜੁੜੇ ਹੋ ਜਾਂ ਸਿੱਧੇ ਪ੍ਰਸਾਰਣ ਦੇ ਮਾਧਿਅਮ ਰਾਹੀਂ
ਆਪਣੀ ਸੁਰਤ ਨੂੰ ਗੁਰ ਚਰਨਾਂ ਅੰਦਰ ਜੋੜ ਕਰਕੇ ਬੈਠੇ ਹੋ। ਆਓ ਅਦਬੋ ਸਤਕਾਰ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਜੋ ਸਤਿਗੁਰੂ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੇ ਹੋਏ ਬਚਨ, ਜੋ ਸ੍ਰੀ ਮੁਖ ਵਾਕ ਦੇ ਰੂਪ ਅੰਦਰ ਸਾਨੂੰ ਪ੍ਰਾਪਤ ਹੋਏ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਅੰਦਰ ਬਿਲਾਵਲ ਰਾਗ ਦੇ ਵਿੱਚ ਪਾਵਨ ਅੰਗ 843 ਅਤੇ 44 ਉੱਪਰ ਸੁਭਾਏਮਾਨ ਹਨ। ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਚਾਰ ਪਦਿਆਂ ਦੇ ਅੰਦਰ ਚਾਰ ਵੱਖੋ ਵੱਖਰੀ ਅਵਸਥਾ ਦਾ ਜ਼ਿਕਰ ਕੀਤਾ ਹੈ। ਕਿਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਚਾਉ ਤੇ ਪ੍ਰੇਮ ਦੀ ਗੱਲ ਕਰ ਰਹੇ ਹਨ। ਕਿਸੇ ਪਦੇ ਅੰਦਰ ਸਤਿਗੁਰੂ ਜੀ ਨੇ ਸਾਡੇ ਮਨ ਨੂੰ ਇੱਕ ਹਲੂਣਾ ਦਿੱਤਾ ਤਾਂ ਕਿ ਸਾਨੂੰ ਸਮਝ ਆ ਸਕੇ ਕਿ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨ ਵਾਲੀ ਸਤਿਗੁਰੂ ਜੀ ਦੀ ਇਹ ਪਾਵਨ ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਜੀਵਨ ਦੇ ਵਾਸਤੇ ਕਿੰਨਾ ਜ਼ਰੂਰੀ ਹੈ। ਸਦਾ ਯਾਦ ਰੱਖੀਏ ਕਿ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਘਰ ਅੰਦਰ ਦੋ ਪ੍ਰਕਾਰ ਦਾ ਸਿਧਾਂਤ ਹੈ। ਇੱਕ ਹੈ ਇਬਾਦਤ ਵਾਲਾ ਪੱਖ, ਦੂਸਰਾ ਹੈ ਸ਼ਹਾਦਤ ਵਾਲਾ ਪੱਖ। ਇੱਥੇ ਸਾਹਿਬ ਨੇ ਚਾਉ ਦੀ ਗੱਲ ਕੀਤੀ ਹੈ। ਚਾਉ ਦਾ ਆਖਰੀ ਅਰਥ ਹੈ ਪ੍ਰੇਮ, ਭਾਵ ਕਿ ਜੋ ਪਿਆਰ ਦੇ ਵਿੱਚ ਆ ਕੇ ਕਰਮ ਨਿਭਾਇਆ ਜਾਵੇ। ਔਰ ਇਹ ਆਪਾਂ ਇਸ ਗੁਰੂ ਕੇ ਸਿਧਾਂਤ ਨੂੰ ਸਮਝਣ ਦਾ ਯਤਨ ਕਰੀਏ ਕਿ ਗੁਰੂ ਨਾਨਕ ਦੇ ਘਰ ਅੰਦਰ ਇਬਾਦਤ ਔਰ ਸ਼ਹਾਦਤ, ਇਹ ਦੋਵੇਂ ਪ੍ਰਕਾਰ ਜਿਹੜੀ ਵਿਚਾਰਧਾਰਾ ਹੈ, ਇਹਦੇ ਵਿੱਚ ਪ੍ਰੇਮ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਸਤਿਗੁਰੂ ਜੀ ਦੇ ਦਰਬਾਰ ਹਾਜ਼ਰੀ ਭਰਨੀ ਹੈ, ਸੇਵਾ ਕਰਨੀ ਹੈ, ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹਨਾ ਹੈ, ਤੇ ਜਿੰਨਾ ਚਿਰ ਮਨ ਦੇ ਅੰਦਰ ਚਾਉ ਨਹੀਂ, ਜਿੰਨਾ ਚਿਰ ਮਨ ਦੇ ਅੰਦਰ ਇਸ ਸਾਰੇ ਕਰਮ ਦੇ ਪ੍ਰਤੀ ਪਿਆਰ ਨਹੀਂ ਪੈਦਾ ਹੁੰਦਾ, ਉਤਨਾ ਚਿਰ ਉਹ ਕਰਮ ਜਿਹੜਾ ਹੈ, ਉਹ ਕਰਮ ਦੇ ਅੱਗੇ ਇੱਕ ਲਫ਼ਜ਼ ਲੱਗ ਜਾਂਦਾ ਹੈ ਕਰਮ ਕਾਂਡ। ਉਹਦੇ ਅਰਥ ਬਦਲ ਜਾਂਦੇ ਨੇ, ਉਹਦਾ ਭਾਵ ਫਲ ਬਦਲ ਜਾਂਦਾ ਹੈ। ਇੱਥੋਂ ਤੱਕ ਸਾਹਿਬ ਨੇ ਆਖਿਆ ਕਿ ਇਹ ਧਰਮ ਦੇ ਕਰਮ, ਇਹ ਸੱਚ ਦੇ ਸਿਧਾਂਤ ਨੂੰ ਜਪਣਾ, ਧਿਆਉਣਾ, ਸਿਮਰਨਾ, ਇਹਨੂੰ ਬੱਧਾ ਚੱਟੀ ਦੇ ਨਾਲ ਵੀ ਕੋਈ ਨਹੀਂ ਕਰ ਸਕਦਾ। ਸੰਸਾਰੀ ਕਰਮ ਬੰਦਾ ਕਈ ਵਾਰੀ ਇੱਦਾਂ ਵੀ ਕਰਦਾ ਹੈ ਵੀ ਨਹੀਂ ਵੀ ਮਨ ਕਰਦਾ, ਨਹੀਂ ਸੀ ਦਿਲ ਮੰਨਦਾ, ਤਾਂ ਵੀ ਆ ਕਰਮ ਨਿਭਾਉਣਾ ਪਿਆ, ਕਿਸੇ ਨੂੰ ਮਿਲਣਾ ਪਿਆ, ਕਿਸੇ ਕੋਲ ਜਾਣਾ ਪਿਆ। ਪਰ ਜਦੋਂ ਆਪਾਂ ਧਰਮ ਦੇ ਰਾਹ ਦੀ ਵਿਆਖਿਆ ਕਰਾਂਗੇ, ਇੱਥੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਵੀ ਜਿਸ ਰਾਹੀ ਨੇ ਇਸ ਰਾਹ ਦੇ ਉੱਤੇ ਤਰਨਾ ਹੈ, ਜਿਹਨੇ ਜਗਿਆਸੂ ਬਣ ਕੇ ਵਿਚਰਨਾ ਹੈ, ਸਭ ਤੋਂ ਪਹਿਲਾਂ ਉਹਦੇ ਮਨ ਅੰਦਰ ਇਸ ਰਾਹ ਤੇ ਚੱਲਣ ਦਾ ਚਾਉ ਪੈਦਾ ਹੋਵੇ। ਚਾਹ ਤੋਂ ਬਿਨਾਂ ਧਰਮ ਦੀ ਯਾਤਰਾ ਜਿਹੜੀ ਹੈ ਉਹ ਪੰਧ ਮੁਕਾਇਆ ਨਹੀਂ ਜਾ ਸਕਦਾ, ਕਿਉਂਕਿ ਧਰਮ ਦਾ ਸੰਬੰਧ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦਾ ਸੰਬੰਧ ਹੀ ਪ੍ਰੇਮ ਦੇ ਨਾਲ ਹੈ। ਇਸੇ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਹਨਾਂ ਪਾਵਨ ਪੰਕਤੀਆਂ ਦੇ ਅੰਦਰ ਸਪਸ਼ਟ ਬਚਨ ਕਿਹਾ, ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ। ਮਨ ਦੇ ਅੰਦਰ ਘਣਾ ਤੋਂ ਅਰਥ ਹੈ ਵੀ ਬਹੁਤ ਜ਼ਿਆਦਾ ਚਾਉ ਹੈ। ਕਾਰਨ ਕਿਉਂਕਿ ਕਰਤਾ ਪੁਰਖ ਵਾਹਿਗੁਰੂ ਜਿਹੜਾ ਕਿ ਸਾਰੀ ਸ੍ਰਿਸ਼ਟੀ ਅੰਦਰ ਰਮਿਆ ਹੋਇਆ ਹੈ, ਉਸ ਵਾਹਿਗੁਰੂ ਦੇ ਨਾਲ ਜਿਹੜਾ ਜੁੜ ਜਾਂਦਾ ਹੈ, ਜੋ ਜਗਿਆਸੂ ਜੀਵ ਇਸਤਰੀ ਕਰਤਾ ਪੁਰਖ ਵਾਹਿਗੁਰੂ
ਪਤੀ ਦੀ ਸੰਗਤ ਨੂੰ ਮਾਣ ਲਵੇ। ਸਾਹਿਬ ਕਹਿੰਦੇ ਸਾਚ ਵਿਗਾਸੀ RAM, ਸੱਚੇ ਦੇ ਨਾਲ ਜੁੜ ਕੇ ਮਨ ਦੇ ਅੰਦਰ ਵਿਗਾਸ ਭਾਵ ਸदैव ਚਾਉ ਪੈਦਾ ਹੁੰਦਾ ਹੈ, ਸदैव ਖੁਸ਼ੀ ਪ੍ਰਾਪਤ ਹੁੰਦੀ ਹੈ। ਇੱਕ ਹੈ ਪਦਾਰਥਾਂ ਦੀ ਖੁਸ਼ੀ, ਸੰਸਾਰੀ ਖੁਸ਼ੀ, ਜਿਹਦਾ ਇੱਕ ਨਾ ਇੱਕ ਦਿਨ ਸਮਾਂ ਪਾ ਕੇ ਅੰਤ ਜ਼ਰੂਰ ਹੋ ਜਾਂਦਾ ਹੈ। ਇੱਕ ਹੈ ਆਨੰਦ ਦੀ ਅਵਸਥਾ, ਪਰਮ ਖੁਸ਼ੀ, ਪਰਮ ਵਿਗਾਸ ਤੇ ਚਾਉ ਦੀ ਅਵਸਥਾ, ਜਿਸ ਅਵਸਥਾ ਨੂੰ ਦੁਨੀਆ ਦਾ ਕੋਈ ਦੁੱਖ ਸੁੱਖ ਡੋਲਾ ਨਹੀਂ ਸਕਦਾ। ਜਿਸ ਅਵਸਥਾ ਵਿੱਚ ਜਦੋਂ ਜੀਵ ਇਸਤਰੀ ਪਹੁੰਚ ਜਾਂਦੀ ਹੈ ਤਾਂ ਉਹਦੇ ਮਨ ਦੇ ਉੱਪਰ ਫਿਰ ਸੰਸਾਰ ਦੇ ਹਰਖ ਤੇ ਸੋਗ ਦਾ ਕੋਈ ਅਸਰ ਨਹੀਂ ਰਹਿ ਜਾਂਦਾ। ਸਾਹਿਬ ਆਖਣ ਲੱਗੇ ਮਨ ਦੇ ਵਿੱਚ ਚਾਉ ਹੈ, ਬਹੁਤ ਬੇਅੰਤ ਚਾਉ ਹੈ। ਘਣਾ ਦਾ ਅਰਥ ਹੈ ਬਹੁਤ ਜ਼ਿਆਦਾ। ਕਾਰਨ ਕੀ ਹੈ ਕਿ ਕਰਤਾ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਬਣ ਆਈ ਹੈ, ਵਾਹਿਗੁਰੂ ਦੇ ਨਾਲ ਸਾਂਝ ਬਣੀ ਹੈ। ਮੋਹੀ ਪ੍ਰੇਮ ਪਿਰੇ ਪ੍ਰਭ ਅਬਿਨਾਸੀ RAM। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਬਿਨਾਸੀ ਭਾਵ ਨਾਸ ਤੋਂ ਰਹਿਤ ਹੈ, ਜਿਹਦੀ ਹੋਂਦ ਅਟਲ ਹੈ, ਜਿਹਨੂੰ ਗੁਰਦੇਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਿਸੇ ਪਦਾਰਥ ਬਾਰੇ, ਕਿਸੇ ਸ਼ੈ ਬਾਰੇ, ਕਿਸੇ ਹੋਰ ਸ਼ਖਸੀਅਤ ਬਾਰੇ ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਉਹ ਅਟਲ ਹੈ। ਕੇਵਲ ਤਾਂ ਕੇਵਲ ਇੱਕੋ ਅਕਾਲ ਪੁਰਖ ਵਾਹਿਗੁਰੂ ਹੈ। ਸਾਹਿਬ ਆਖਣ ਲੱਗੇ ਉਸ ਵਾਹਿਗੁਰੂ ਦੇ ਪਰਥਾਏ ਇਹ ਅਟਲ ਵਚਨ ਹੈ ਕਿ ਉਹ ਸदैव ਹੋਂਦ ਵਾਲਾ ਹੈ, ਉਹ ਸदैव ਪ੍ਰਕਾਸ਼ਮਾਨ ਹੈ, ਉਹ ਸदैव ਥਿਰ ਰਹਿਣ ਵਾਲਾ ਅਵਿਨਾਸੀ ਵਾਹਿਗੁਰੂ। ਔਰ ਉਸ ਅਵਿਨਾਸੀ ਕਰਤਾ ਪੁਰਖ ਜੀ ਦਾ ਗੁਣ ਕੀ ਹੈ? ਮੋਹੀ ਪ੍ਰੇਮ ਪਿਰੇ। ਉਹ ਆਪ ਪ੍ਰੇਮ ਦਾ ਭਰਿਆ ਹੋਇਆ ਹੈ ਤੇ ਜਿਹੜੇ ਉਹਦੇ ਚਰਨਾਂ ਦੇ ਨਾਲ ਪ੍ਰੇਮ ਕਰਦੇ ਹਨ, ਜਿਹੜੇ ਉਹਨੂੰ ਜਪਣਾ ਸ਼ੁਰੂ ਕਰ ਦਿੰਦੇ ਨੇ, ਜਿਹੜੇ ਉਹਨੂੰ ਧਿਆਉਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਨੂੰ ਵੀ ਉਹ ਪ੍ਰੇਮ ਦੀ ਖਿੱਚ ਪਾ ਕਰਕੇ ਮੋਹ ਲੈਂਦਾ ਹੈ, ਆਪਣੇ ਨਾਲ ਰਲਾ ਲੈਂਦਾ ਹੈ। ਅਵਗਤੋ ਹਰ ਨਾਥ ਨਾਥੈ ਤਿਸੈ ਭਾਵੈ ਸੋ ਥੀਐ। ਅਕਾਲ ਪੁਰਖ ਵਾਹਿਗੁਰੂ ਇਹਨਾਂ ਸੰਸਾਰੀ ਵੇਖਣ ਵਾਲੀਆਂ ਅੱਖੀਆਂ ਦੇ ਨਾਲ ਦਿਸਦਾ ਨਹੀਂ, ਉਹ ਅਦ੍ਰਿਸ਼ਟ ਹੈ। ਉਹਦੀ ਹਸਤੀ ਇਦਾਂ ਦੀ ਹੈ, ਕੋਈ ਉਹਦੇ ਮਾਰਗ ਤੇ ਰਾਹ ਤੇ ਚੱਲ ਕੇ ਉਹਨੂੰ ਸਿਮਰਨਾ ਜਪਣਾ ਸ਼ੁਰੂ ਕਰ ਦੇਵੇ, ਉਹਦੀ ਹੋਂਦ ਨੂੰ ਮਹਿਸੂਸ ਕਰ ਸਕਦਾ ਹੈ। ਪਰ ਬਾਹਰਲੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਉਹ ਕਰਤਾ ਪੁਰਖ ਵਾਹਿਗੁਰੂ ਸਾਰਿਆਂ ਦਾ ਸ੍ਰੇਸ਼ਟ ਮਾਲਕ ਹੈ। ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਅੱਗੇ ਕਿਸੇ ਦਾ ਦਾਅਵਾ ਨਹੀਂ ਚੱਲ ਸਕਦਾ ਕਿ ਮੈਂ ਵੱਡਾ ਹਾਂ। ਸੰਸਾਰ ਦੇ ਅੰਦਰ ਬੜੀਆਂ ਵੱਡੀਆਂ ਅਹੁਦੇ ਨੇ, ਬਹੁਤ ਉੱਚੀਆਂ ਉੱਚੀਆਂ ਜਿਹੜੀਆਂ ਨੇ ਇਨਸਾਨਾਂ ਨੇ ਪੋਸਟਾਂ ਮੁਕਾਮ ਹਾਸਲ ਕੀਤੇ ਹੋਏ ਨੇ, ਪਰ ਸਾਰਾ ਕੁਝ ਕਰਤਾ ਪੁਰਖ ਵਾਹਿਗੁਰੂ ਜੀ ਦੇ ਮੁਕਾਮ ਤੋਂ ਹੇਠਾਂ ਹੈ। ਉਸ ਨਿਰੰਕਾਰ ਨੇ, ਜਿਸ ਵਾਹਿਗੁਰੂ ਜੀ ਦੀ ਮਲਕੀਅਤ ਏਡੀ ਉੱਚੀ ਹੈ ਕਿ ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਨੇ ਤਿਸੈ ਭਾਵੈ ਸੋ ਥੀਐ। ਉਹ ਨਿਰੰਕਾਰ ਜਿਹੜਾ ਸ੍ਰਿਸ਼ਟੀ ਦਾ ਮਾਲਕ ਹੈ, ਉਹਦਾ ਗੁਣ ਇਹ ਹੈ ਕਿ ਜੋ ਉਹ ਚਾਹੇ ਇਸ ਸ੍ਰਿਸ਼ਟੀ ਦੇ ਅੰਦਰ ਉਹੀ ਹੁੰਦਾ ਹੈ। ਇਨਸਾਨ ਕਹਿੰਦਾ ਨਾ ਮੇਰੀ ਮਰਜ਼ੀ ਦੇ ਨਾਲ ਮੇਰੇ ਘਰ ਵਿੱਚ ਮੇਰਾ ਹੁਕਮ ਚੱਲਦਾ ਹੈ, ਪਰ ਗੁਰਦੇਵ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਕਰਤਾ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਉਹਦਾ ਘਰ ਹੈ, ਔਰ ਸ੍ਰਿਸ਼ਟੀ ਦੇ ਮਾਲਕ ਦਾ ਹੁਕਮ ਹਰੇਕ ਜ਼ਰੇ ਜ਼ਰੇ ਦੇ ਅੰਦਰ ਚੱਲਦਾ ਹੈ। ਉਹਦੇ ਹੁਕਮ ਤੋਂ ਬਾਹਰ, ਉਹਦੇ ਹੁਕਮ ਤੋਂ ਪਾਸੇ ਹੋ ਕਰਕੇ ਕੋਈ ਇੱਕ ਛਿਣ ਵੀ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਗੁਜ਼ਾਰ ਨਹੀਂ ਸਕਦਾ। ਉਹ ਨਿਰੰਕਾਰ ਜਿਹੜਾ ਅਦ੍ਰਿਸ਼ਟ ਹੈ, ਸਭਨਾਂ ਦਾ ਮਾਲਕ ਹੈ, ਉਸ ਨਿਰੰਕਾਰ ਦੀ ਮਰਜ਼ੀ, ਉਹਦੀ ਰਜ਼ਾ ਦੇ ਵਿੱਚ ਰਹਿ ਕੇ ਪਰਮ ਸੁਖ ਨੂੰ ਮਾਣਿਆ ਜਾ ਸਕਦਾ ਹੈ, ਕਿਉਂਕਿ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਕਿਰਪਾਲ ਸਦਾ ਦਇਆਲ ਦਾਤਾ ਜੀਆਂ ਅੰਦਰ ਤੂੰ ਜੀਐ। ਕਰਤਾ ਪੁਰਖ ਵਾਹਿਗੁਰੂ ਜੀ ਦੇ ਗੁਣ ਨੇ। ਕਿਰਪਾਲੂ ਹੈ ਉਹ ਨਿਰੰਕਾਰ, ਦਇਆਲੂ ਹੈ, ਦਇਆ ਦਾ ਸਾਗਰ ਹੈ, ਕਿਰਪਾ ਦਾ ਸੋਮਾ ਹੈ। ਤੀਸਰਾ ਬਚਨ ਕਿਹਾ ਦਾਤਾ, ਭਾਵ ਉਹ ਸਭਨਾਂ ਜੀਆਂ ਨੂੰ ਹਰ ਪ੍ਰਕਾਰ ਦੀ ਦਾਤ ਵਰਤਾਉਣ ਵਾਲਾ ਹੈ। ਗੁਰਦੇਵ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਵਾਸਤੇ ਇੱਕ ਅਕਲ, ਇੱਕ ਸਿਆਣਪ, ਇੱਕ ਸਮਝ ਮੰਗੀ
ਤਾਂ ਬੋਲ ਆਖਿਆ ਆਪਾਂ ਰੋਜ਼ ਪੜ੍ਹਦੇ ਤੁਹਾਨੂੰ ਚੇਤੇ ਹਨ ਗੁਰਾ, ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਿੱਖ ਨੂੰ ਪ੍ਰੇਮ ਦੇ ਘਰ ਵਿੱਚ ਵਿਚਰਦੇ ਹੋਏ ਨੂੰ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਣਾ ਨਹੀਂ ਚਾਹੀਦਾ। ਸਿੱਖ ਦੇ ਮਨ ਅੰਦਰ ਇਹ ਭਰੋਸਾ ਰਹੇ, ਜੋ ਜਗਿਆਸੂ ਬਣ ਕੇ ਜੀਵ ਇਸਤਰੀ ਆਵੇ ਉਹਨੂੰ ਇਹ ਵਿਸ਼ਵਾਸ ਹੋਵੇ ਕਿ ਕਰਤਾ ਪੁਰਖ ਵਾਹਿਗੁਰੂ ਦਾਤਾ ਹੈ, ਹੋਰ ਦੂਜਾ ਦਾਤਾ ਕੋਈ ਨਹੀਂ। ਸੰਸਾਰ ਦੇ ਉੱਤੇ ਲੱਖ ਕੋਈ ਅਖਵਾਏ ਕਿ ਸਾਡੇ ਵਿੱਚ ਆਹ ਤਾਕਤ ਹੈ, ਸਮਰੱਥਾ ਹੈ ਕਿਸੇ ਨੂੰ ਦੇਣ ਜੋਗੀ, ਪਰ ਯਾਦ ਰੱਖੀਏ ਨਿਰੰਕਾਰ ਵਾਹਿਗੁਰੂ ਜੀ ਤੋਂ ਵਡੇਰਾ ਦਾਤਾ ਕੋਈ ਨਹੀਂ। ਸਾਹਿਬ ਨੇ ਸਪਸ਼ਟ ਬੋਲ ਕਹੇ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿਨ ਦੇ ਤੋਟ ਨਾ ਆਵਈ, ਅਗਨਤ ਭਰੇ ਭੰਡਾਰ। ਦੁਨਿਆਵੀ ਦਾਤੇ ਜੇ ਉਹ ਦਾਨ ਵੀ ਕਰਨਗੇ ਤੇ ਆਪਣਾ ਪੱਲਾ ਵੇਖ ਕੇ ਕਰਨਗੇ। ਉਹਨਾਂ ਦੇ ਪੱਲੇ ਵਿੱਚ ਜਿੰਨੀ ਰਾਸ ਹੈ ਉਹ ਰਾਸ ਨੂੰ ਆਪਣੇ ਧਿਆਨ ਦੇ ਵਿੱਚ ਰੱਖ ਕੇ ਦਾਨ ਕਰਦੇ ਨੇ। ਇੱਕ ਅਕਾਲ ਪੁਰਖ ਵਾਹਿਗੁਰੂ ਐਸਾ ਦਾਤਾ ਹੈ ਜਿਹਦੇ ਖਜ਼ਾਨੇ ਅਮੁੱਕ ਨੇ, ਜਿਹਦੇ ਖਜ਼ਾਨਿਆਂ ਦੇ ਉੱਤੇ ਇਹ ਨਿਯਮ ਨਹੀਂ ਲਾਗੂ ਹੁੰਦਾ ਕਿ ਇਥੋਂ ਕੁਝ ਨਾ ਕੁਝ ਮੁੱਕ ਜਾਵੇਗਾ। ਨਹੀਂ, ਸਾਹਿਬ ਆਖਿਆ ਵਾਹਿਗੁਰੂ ਦੇ ਖਜ਼ਾਨੇ ਤੁਸੀਂ ਪਰਮਾਰਥ ਦੇ ਰਾਹ ਦੇ ਉੱਤੋਂ ਵਰਤਣੇ ਸ਼ੁਰੂ ਕਰੋ ਤਾਂ ਉੱਥੇ ਵੀ ਨਿਯਮ ਹੈ, ਖਾਵੈ ਖਰਚੈ ਰਲ ਮਿਲ ਭਾਈ, ਤੋੜ ਨਾ ਆਵੈ ਵੱਧ ਦੋ ਜਾਈ। ਬਾਣੀ ਵੱਧ ਤੋਂ ਵੱਧ ਪੜੋਗੇ, ਸਿਮਰਨ ਕਰੋਗੇ, ਬੰਦਗੀ ਕਰੋਗੇ, ਇਹ ਖਜ਼ਾਨੇ ਕਦੀ ਮੁੱਕਣ ਵਾਲੇ ਨਹੀਂ। ਗੁਰੂ ਦੇ ਦਰਬਾਰ ਵਿੱਚ ਜੋ ਪ੍ਰਾਪਤ ਹੁੰਦਾ ਹੈ ਉਹ ਅਮੁੱਕ ਹੈ, ਸਦਾ ਯਾਦ ਰੱਖੀਏ। ਔਰ ਜਿਸ ਦਾਤ ਦੇ ਨਾਲ ਗੁਰੂ ਨੇ ਸਾਨੂੰ ਨਿਵਾਜ ਦਿੱਤਾ, ਉਸ ਦਾਤ ਨੂੰ ਪ੍ਰਾਪਤ ਕਰਕੇ ਹੀ ਸਿੱਖ ਤ੍ਰਿਪਤ ਹੋ ਸਕਦਾ। ਜੇ ਕੋਈ ਇਹ ਕਹੇ ਨਾ ਦੁਨਿਆਵੀ ਬੰਦੇ ਦੇ ਦਿੱਤਿਆਂ ਕੋਈ ਰੱਜ ਜਾਵੇ, ਨਹੀਂ ਸੰਗਤ ਜੀ, ਬੰਦੇ ਦੇ ਦਿੱਤਿਆਂ ਤੇ ਪਦਾਰਥਾਂ ਦੇ ਵਿਆਜਿਆਂ ਕੋਈ ਅੱਜ ਤੱਕ ਰੱਜਿਆ ਨਹੀਂ। ਇੱਕੋ ਇੱਕ ਤਰੀਕਾ ਹੈ, ਜਦੋਂ ਬੰਦੇ ਨੂੰ ਰੱਜ ਆਵੇ, ਸੰਤੋਖ ਆ ਜਾਵੇ, ਉਹ ਕੀ ਹੈ? ਤ੍ਰਿਪਤ ਭਈ ਸੱਚ ਭੋਜਨ ਖਾਇਆ। ਜਦੋਂ ਕਰਤਾ ਪੁਰਖ ਵਾਹਿਗੁਰੂ ਜੀ ਦਾ ਨਾਮ ਰੂਪੀ ਭੋਜਨ ਸਾਡਾ ਇਹ ਹਿਰਦਾ ਛਕ ਲਵੇ, ਸਾਡੇ ਮਨ ਅੰਦਰ ਨਾਮ ਦਾ ਵਾਸਾ ਬਣ ਆਵੇ ਤਾਂ ਤ੍ਰਿਪਤੀ ਹੋ ਜਾਂਦੀ ਹੈ। ਐਸੇ ਦਾਤੇ ਨੂੰ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਧਿਆਉਣਾ, ਸਿਮਰਨਾ, ਇਹ ਸਿੱਖ ਦਾ ਫਰਜ਼ ਬਣਦਾ ਹੈ। ਔਰ ਸਾਹਿਬ ਆਖਿਆ ਉਹ ਕਿਰਪਾਲੂ ਹੈ, ਦਇਆ ਦਾ ਸਾਗਰ ਹੈ, ਉਹ ਰਹਿਮਤਾਂ ਦਾ ਸੋਮਾ, ਜੀਆਂ ਅੰਦਰ ਤੂੰ ਜੀਐ। ਇੱਕ ਹੈ ਸਾਡਾ ਸਰੀਰ। ਜੇ ਆਪਾਂ ਇਹ ਗੱਲ ਆਖੀਏ ਵੀ ਅਸੀਂ ਕੇਵਲ ਸਰੀਰ ਦੇ ਆਸਰੇ, ਆਪਣੇ ਸਰੀਰ ਦੇ ਆਸਰੇ ਤੁਰੇ ਫਿਰਦੇ ਹਾਂ, ਇਹ ਸਾਡੀ ਭੁੱਲ ਹੋਵੇਗੀ। ਇਸ ਸਰੀਰ ਨੂੰ ਚਲਾਉਣ ਵਾਲਾ ਅੰਸ਼ ਜੋ ਹੈ, ਚਲਾਉਣ ਵਾਲੀ ਜੋਤ ਹੈ, ਉਹ ਕਰਤਾ ਪੁਰਖ ਵਾਹਿਗੁਰੂ ਜੀ ਦੀ ਆਪਣੀ ਹੈ, ਜਿਹਨੂੰ ਆਤਮਾ ਕਹਿ ਕੇ ਸੰਬੋਧਨ ਕੀਤਾ। ਵੱਖੋ ਵੱਖਰੇ ਨਾਮ ਨੇ, ਪਰ ਯਾਦ ਰੱਖੀਏ ਕਰਤਾ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਹੀ ਇਸ ਸਰੀਰ ਦੇ ਅੰਦਰ ਇੰਨੀ ਤਾਕਤ ਹੈ, ਕਿਉਂਕਿ ਉਹ ਸਰੀਰਾਂ ਦੇ ਅੰਦਰ ਹਰੇਕ ਘਟ ਦੇ ਅੰਦਰ ਉਹ ਆਪਣੀ ਜੋਤ ਜਿਹੜੀ ਹੈ ਸੁਭਾਏਮਾਨ ਕਰੀ ਬੈਠਾ ਹੈ। ਉਹ ਆਪ ਇਹਨਾਂ ਸਰੀਰਾਂ ਦੇ ਅੰਦਰ ਵਿਚਰਦਾ ਤੇ ਵਰਤਦਾ ਹੈ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਵਸ ਰਹੇ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਹਨ। ਸਾਹਿਬ ਆਖਣ ਲੱਗੇ, ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਰਵ ਰਹੇ, ਵਸ ਰਹੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਅਵਰ ਤੋਂ ਭਾਵ ਹੈ ਹੋਰ। ਹੁਣ ਜਿੱਥੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਸਦਾ ਪਿਆ ਹੈ, ਜਿਹੜਾ ਮੁਕਾਮ ਕਰਤਾਰ ਦੇ ਨਾਮ ਨੂੰ ਜਪ ਕੇ ਹਾਸਲ ਹੋਣਾ ਹੈ, ਸਾਹਿਬ ਕਹਿੰਦੇ ਨੇ ਜੇ ਕੋਈ ਇਹ ਗੱਲ ਆਖੇ ਨਾ ਵੀ ਮੈਂ ਹੋਰਨਾਂ ਕਰਮਾਂ ਦੇ ਵਿੱਚੋਂ ਉਹ ਬਖਸ਼ਿਸ਼ ਪ੍ਰਾਪਤ ਕਰ ਲਵਾਂ, ਤਾਂ ਇਹ ਉਹਦੀ ਭੁੱਲ ਹੋਵੇਗੀ। ਆਪਾਂ ਗੁਰਦੇਵ ਜੀ ਦੀ ਬਾਣੀ ਦਾ ਇੱਕ ਬਚਨ ਪੜ੍ਹਦੇ ਹਾਂ। ਸਾਹਿਬ ਆਖਦੇ ਨੇ, ਪਾਠ ਪੜ੍ਹਿਓ ਅਰ ਭੇਦ ਵਿਚਾਰਿਓ, ਨਿਵਲ ਭੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਧਰਮ ਦੇ ਕਰਮ ਤਾਂ ਕੀਤੇ ਬਹੁਤ, ਧਰਮ ਦੇ ਗ੍ਰੰਥਾਂ ਦਾ ਪਾਠ ਕਰ ਲਿਆ, ਸਰੀਰ ਨੂੰ ਕਸ਼ਟ ਦੇ ਲਏ, ਕਈ ਪ੍ਰਕਾਰ ਦੇ ਯੋਗ ਆਸਣ ਇਤਿਆਦ ਨਿਭਾ ਲਏ। ਸਾਹਿਬ ਕਹਿੰਦੇ ਇੰਨਾ ਕੁਝ ਕੀਤਾ, ਪਰ ਹੋਇਆ ਕਿ ਜਿਹੜੇ ਪੰਜ ਵੈਰੀ
ਮਨ ਦੇ ਅੰਦਰ ਡੇਰਾ ਲਾ ਕੇ ਬੈਠੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਧਰਮ ਦੇ ਕਰਮ ਨਿਭਾ ਕੇ ਉਹਨਾਂ ਤੋਂ ਛੁਟਕਾਰਾ ਪਾਉਣਾ ਸੀ, ਪਰ ਉਹਨਾਂ ਦੇ ਨਾਲ ਇੱਕ ਹੋਰ ਰਲੇਵਾਂ ਹੋ ਗਿਆ। ਉਹ ਇੱਕ ਪਾਸੇ ਤੇ ਹੁਣ ਬੰਦੇ ਨੂੰ ਇਹ ਹੰਗਤਾ ਆ ਗਈ ਵੀ ਮੈਂ ਤੇ ਧਰਮੀ ਬੜਾ ਵੱਡਾ, ਮੈਂ ਤੇ ਕਰਮ ਬੜੇ ਨਿਭਾ ਰਿਹਾ ਧਰਮ ਦੇ। ਤਾਂ ਮਹਾਰਾਜ ਕਹਿੰਦੇ ਇਹਦੇ ਵਾਸਤੇ ਪਤਾ ਕੀ ਹੈ, ਸਤਿਗੁਰੂ ਨੇ ਫਿਰ ਸਾਨੂੰ ਇਹ ਕਿਰਪਾ ਸਾਡੇ ਤੇ ਬਖਸ਼ਿਸ਼ ਕੀਤੀ। ਸਾਹਿਬ ਆਖਣ ਲੱਗੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇਹ ਰਾਹ ਰੱਬ ਨੂੰ ਮਿਲਣ ਦਾ ਨਹੀਂ ਹੈ। ਜਦੋਂ ਬੰਦੇ ਨੂੰ ਆਪਣੇ ਧਰਮ ਦੇ ਕੰਮਾਂ ਦੀ ਹੰਗਤਾ ਹੀ ਪੈਦਾ ਹੋ ਜਾਵੇ ਕਿ ਮੈਂ ਬਾਣੀ ਬਹੁਤ ਪੜ੍ਹਦਾ, ਮੇਰੇ ਕੋਲ ਸੇਵਾ ਬੜੀ ਹੈ, ਚੰਗੀ ਗੱਲ ਹੈ, ਬਾਣੀ ਵੱਧ ਪੜ੍ਹੀਏ, ਸੇਵਾ ਵੱਧ ਤੋਂ ਵੱਧ ਕਰੀਏ, ਪਰ ਨਿਮਰ ਭਾਵ ਵਿੱਚ ਹੋ ਕੇ, ਨਿਮਰਤਾ ਦੇ ਨਾਲ, ਸਹਿਜ ਦੇ ਨਾਲ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਕਰਨਾ ਕੀ ਹੈ? ਸਿੱਖ ਨੇ ਕੇਵਲ ਗੁਰੂ ਦੀ ਸ਼ਰਨ ਆਉਣਾ ਹੈ। ਗੁਰੂ ਦੀ ਸ਼ਰਨ ਆ ਕੇ ਗੁਰੂ ਦੇ ਕੋਲੋਂ ਗੁਰੂ ਦੀ ਮੱਤ ਨੂੰ ਮੰਗਣਾ ਹੈ। ਜਿੰਨਾ ਚਿਰ ਆਪਣੀ ਮੱਤ ਮਨ ਤੇ ਹਾਵੀ ਰਹੇਗੀ, ਉਤਨਾ ਚਿਰ ਵਿਚਾਰਾਂ ਵੀ ਆਪਣੀਆਂ ਹੀ ਰਹਿਣਗੀਆਂ। ਪਰ ਜਿਸ ਵੇਲੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਗੁਰਦੇਵ ਦੀ ਮੱਤ ਨੂੰ ਧਾਰਨ ਕਰ ਲਵਾਂਗੇ ਨਾ, ਯਾਦ ਰੱਖੀਏ ਗੁਰੂ ਕੀ ਮੱਤ ਨੇ ਸਾਨੂੰ ਨਾਮ ਨਾਲ ਜੋੜ ਦੇਣਾ ਹੈ। ਗੁਰਦੇਵ ਦੀ ਦਿੱਤੀ ਹੋਈ ਸਿੱਖਿਆ, ਗੁਰਦੇਵ ਦੀ ਲਈ ਹੋਈ ਮੱਤ ਨੇ ਸਾਨੂੰ ਪ੍ਰਭੂ ਨਾਲ ਜੋੜ ਦੇਣਾ ਹੈ। ਔਰ ਸਾਹਿਬ ਕਹਿੰਦੇ ਨੇ, ਜਿਨ੍ਹਾਂ ਦੇ ਅੰਤਰ ਹਿਰਦੇ ਭਾਵ ਹਰੀ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ ਨਾ, ਜਿੱਥੇ ਵਾਹਿਗੁਰੂ ਜੀ ਦਾ ਵਾਸਾ ਹੈ, ਉੱਥੇ ਫਿਰ ਕੋਈ ਇਹ ਗੱਲ ਕਹੇ ਵੀ ਹੋਰ ਕਰਮਾਂ ਦੀ, ਹੋਰ ਕਿਸੇ ਤਰ੍ਹਾਂ ਦੇ ਗਿਆਨ ਦੀ, ਕੋਈ ਕਿਸੇ ਤਰ੍ਹਾਂ ਦੀ ਪ੍ਰਾਪਤੀ ਦੀ, ਕੋਈ ਵਡਿਆਈ ਦੀ ਭੁੱਖ, ਜਾਂ ਕੋਈ ਇਹ ਗੱਲ ਕਹੇ ਕਿ ਮੈਂ ਨਾਮ ਵਿੱਚ ਰਤਿਆ ਹੋਇਆ, ਨਾਮ ਦੀ ਬਰਾਬਰੀ ਕਿਸੇ ਹੋਰ ਕਰਮ ਤੋਂ ਕਰਵਾ ਲਵਾਂ। ਸਾਹਿਬ ਕਹਿੰਦੇ ਨਹੀਂ, ਇੱਦਾਂ ਨਹੀਂ ਹੋਵੇਗਾ। ਜਿੱਥੇ ਨਾਮ ਹੈ ਉੱਥੇ ਨਾਮ ਦੀ ਸ੍ਰੇਸ਼ਟਤਾਈ ਹੈ, ਉੱਥੇ ਕਿਸੇ ਪ੍ਰਕਾਰ ਦਾ ਹੋਰ ਕੋਈ ਕਰਮ ਜਿਹੜਾ ਹੈ ਉਹ ਓਨੀ ਤਾਕਤ, ਓਨੀ ਸਮਰੱਥਾ ਨਹੀਂ ਰੱਖਦਾ ਹੈ। ਭੇਖ ਭਵਨੀ ਹਠ ਨਾ ਜਾਣਾ, ਨਾਨਕਾ ਸੱਚ ਗਹਿ ਰਹੇ। ਸਾਹਿਬ ਨੇ ਤਿੰਨ ਬਚਨ ਕਹੇ, ਇੱਕ ਹੈ ਭੇਖ, ਦੂਜਾ ਭਵਨੀ ਤੇ ਤੀਸਰਾ ਹਠ। ਭੇਖ ਦਾ ਅਰਥ ਹੈ ਵੀ ਕਿਸੇ ਲਿਬਾਸ ਨੂੰ ਧਾਰਨ ਕਰਨਾ, ਕਿਸੇ ਧਰਮ ਦੀ ਮਰਿਆਦਾ ਨੂੰ ਧਾਰਨ ਕਰ ਲੈਣਾ। ਭਵਨੀ ਨਾਮ ਹੈ ਤੀਰਥ ਯਾਤਰਾ ਦਾ। ਤੇ ਹਠ ਹੈ ਕਿ ਕੋਈ ਬੰਦਾ ਤਪ ਕਰੇ, ਜਪ ਕਰੇ, ਪਰ ਉਹ ਸਰੀਰਕ ਤੌਰ ਤੇ ਕੋਈ ਸੰਕਲਪ ਕਰਕੇ ਕਰੇ ਵੀ ਸਰੀਰ ਨੂੰ ਕਸ਼ਟ ਦੇ ਕੇ, ਹਠ ਦੇ ਪ੍ਰਭਾਵ ਹੇਠ ਆ ਕੇ ਵੀ ਮੈਂ ਆਹ ਕੰਮ ਕਰਨਾ ਹੀ ਕਰਨਾ ਹੈ। ਸਾਹਿਬ ਆਖਣ ਲੱਗੇ, ਇਹਨਾਂ ਤਿੰਨਾਂ ਤਰੀਕਿਆਂ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਖੁਸ਼ੀ, ਉਹਦੀ ਵਡਿਆਈ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਭਾਵੇਂ ਕੋਈ ਤੀਰਥ ਯਾਤਰਾ ਕਰੇ, ਭਾਵੇਂ ਕੋਈ ਭੇਖ ਦੇ ਵਿੱਚ ਰਹਿ ਕੇ ਭਾਵ ਕਿਸੇ ਖਾਸ ਕਿਸਮ ਦੇ ਲਿਬਾਸ ਨੂੰ ਧਾਰਨ ਕਰ ਲਏ, ਪਰ ਯਾਦ ਰੱਖੀਏ ਜਿਹੜੀ ਵਡਿਆਈ ਸੱਚ ਦੀ ਹੈ, ਵਾਹਿਗੁਰੂ ਦੇ ਨਾਮ ਦੀ ਹੈ, ਉਹਦੇ ਤੁਲ ਇਹ ਕੁਝ ਵੀ ਨਹੀਂ ਹੈ। ਸਾਹਿਬ ਨੇ ਤਾਂ ਇੱਥੋਂ ਤੱਕ ਵਚਨ ਕਹਿ ਦਿੱਤੇ, ਤੀਰਥ ਨਹਾਵਾਂ ਜੇ ਤਿਸ ਪਾਵਾਂ, ਵਿਣ ਭਾਣੇ ਕਿ ਨਾਏ ਕਰੀ। ਕਰਤਾਰ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਧਿਆਉਣ ਵਾਸਤੇ, ਉਹਨੂੰ ਚੰਗੇ ਲੱਗਣ ਵਾਸਤੇ ਹੀ ਤੀਰਥ ਯਾਤਰਾ ਹੈ ਨਾ। ਪਰ ਸਾਹਿਬ ਕਹਿੰਦੇ ਵੀ ਜੇ ਤੀਰਥਾਂ ਦਾ ਇਸ਼ਨਾਨ ਕਰਨ ਤੋਂ ਬਾਅਦ ਵੀ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਅਸੀਂ ਚੰਗੇ ਨਾ ਲੱਗੀਏ, ਤੇ ਫਿਰ ਉਸ ਤੀਰਥ ਯਾਤਰਾ ਦਾ ਲਾਭ ਕੀ? ਵਿਚਾਰਨਾ ਪਏਗਾ ਮਹਾਰਾਜ ਨੇ ਕਿਹੜੇ ਸੰਦਰਭ ਵਿੱਚ ਇਹ ਬਚਨ ਕਹੇ, ਕਾਰਨ ਕੀ ਹੈ। ਜਦੋਂ ਆਪਾਂ ਤੀਰਥ ਤੇ ਜਾ ਕੇ, ਕਿਸੇ ਧਾਰਮਿਕ ਅਸਥਾਨ ਤੇ ਜਾ ਕੇ ਵੀ ਕੇਵਲ ਤਨ ਦੇ ਤਲ ਤੱਕ ਰਹਿ ਜਾਂਦੇ ਆ, ਸਾਹਿਬ ਕਹਿੰਦੇ ਉਹ ਕੀਤੀ ਹੋਈ ਯਾਤਰਾ ਸਾਡੀ ਅਸਫਲ ਚਲੀ ਜਾਂਦੀ ਹੈ। ਬਾਣੀ, ਦੂਸਰਾ ਬਚਨ, ਬਾਣੀ ਨੂੰ ਪੜ੍ਹਨਾ ਹੈ। ਬਾਣੀ ਪੜ੍ਹਨਾ ਪ੍ਰੇਮ ਦਾ ਵਿਸ਼ਾ ਹੈ, ਬੰਦਗੀ ਕਰਨਾ ਪ੍ਰੇਮ ਦੀ ਖੇਡ ਹੈ, ਚਾਉ ਦੀ ਖੇਡ ਹੈ, ਹਠ ਦੀ ਖੇਡ ਨਹੀਂ ਹੈ। ਆਪਾਂ ਸਾਰੇ ਜਾਣਦੇ ਹਾਂ, ਸਾਖੀ ਚੇਤੇ ਵਿੱਚ ਹੋਵੇਗੀ, ਸਿਆਲਕੋਟ ਦੇ ਇਲਾਕੇ ਵਿੱਚ ਪੀਰ ਹਮਜ਼ਾ ਗੌਸ, ਉਹ ਹਠ ਕਰਕੇ ਤੇ ਆਪਣੀ ਗੁਫਾ ਦੇ ਅੰਦਰ ਬੈਠ ਗਿਆ। ਹਠ ਕੀ ਕੀਤਾ ਹੈ? ਕਰਾਂਗਾ ਬੰਦਗੀ, ਕਟਾਂਗਾ ਚਲੀਆ, ਪਰ ਉਸ ਚਲੀਏ ਤੋਂ ਬਾਅਦ ਜਿਹੜੇ ਇਸ ਪਿੰਡ ਦੇ ਨਗਰ ਦੇ ਲੋਕ ਨੇ ਉਹਨਾਂ ਦਾ ਨਾਸ ਹੋ ਜਾਵੇਗਾ। ਸਾਹਿਬ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਉਹਦੇ ਦਰਵਾਜ਼ੇ ਤੇ ਜਾਂਦੇ ਨੇ, ਰੱਬੀ ਪਿਆਰ ਦੇ ਦੋ ਬੋਲ ਕਹਿੰਦੇ ਨੇ
ਤੇ ਉਸ ਪੀਰ ਹਮਜ਼ਾ ਗੌਸ ਨੂੰ ਇਹ ਸਤਿਗੁਰੂ ਜੀ ਮੱਤ ਦਿੰਦੇ ਨੇ, ਭਾਈ ਫਕੀਰ ਦਾ ਤੇ ਹੱਠ ਦਾ ਤੇ ਹੰਗਤਾ ਦਾ ਮੇਲ ਹੀ ਕੋਈ ਨਹੀਂ। ਰੱਬ ਦਾ ਪਿਆਰਾ ਤਾਂ ਪ੍ਰੇਮ ਵਿੱਚ ਆ ਕੇ ਕੁਝ ਕਹਿ ਸਕਦਾ, ਹੱਠ ਵਿੱਚ ਆ ਕੇ ਨਹੀਂ। ਕਿਸੇ ਨੂੰ ਦੁੱਖ ਦੇਣਾ, ਬੰਦਗੀ ਦੇ ਦੁਆਰਾ ਕਿਸੇ ਦਾ ਨੁਕਸਾਨ ਕਰਨਾ, ਇਹ ਰੱਬ ਦੇ ਪਿਆਰਿਆਂ ਦਾ ਕਰਮ ਨਹੀਂ ਹੈ। ਸਾਹਿਬ ਆਖਿਆ ਇਹ ਸਾਰਾ ਕੁਝ ਭਾਵੇਂ ਕੋਈ ਧਰਮ ਦਾ ਖਾਸ ਤੌਰ ਦਾ ਲਿਬਾਸ, ਭਾਵੇਂ ਤੀਰਥ ਦੀ ਯਾਤਰਾ ਜਾਂ ਹੱਠ ਕਰਕੇ ਆਪਣੇ ਆਪ ਨੂੰ ਕਿਸੇ ਪ੍ਰਕਾਰ ਉੱਚਾ ਜਾਂ ਵੱਡਾ ਵਿਖਾਉਣ ਦਾ ਯਤਨ ਕਰਨਾ, ਇਹਦੇ ਬਰਾਬਰ ਕੁਝ ਵੀ ਨਹੀਂ। ਕਿਉਂਕਿ ਦੂਜੇ ਪਾਸੇ ਨਾਮ ਦੀ ਤਾਕਤ ਹੀ ਏਡੀ ਵੱਡੀ ਹੈ। ਜਦੋਂ ਹਿਰਦੇ ਵਿੱਚ ਨਾਮ ਟਿਕ ਜਾਵੇ, ਸੱਚ ਨਾਲ ਸਾਂਝ ਪੈ ਜਾਵੇ, ਸਾਹਿਬ ਕਹਿੰਦੇ ਇਹ ਸਾਰਾ ਕੁਝ ਜਿਹੜਾ ਹੈ ਇਹ ਇੱਕ ਪਾਸੇ ਰਹਿ ਜਾਂਦਾ। ਨਾਮ ਦੀ ਤਾਕਤ ਵਡੇਰੀ ਹੈ। ਭਿੰਨੜੀ ਰੈਣ ਭਲੀ ਦਿਨ ਸੁਹਾਏ RAM। 4 ਪਹਿਰ ਦਿਨ ਦੇ ਔਰ 4 ਪਹਿਰ ਰਾਤ ਦੇ ਨੇ, 8 ਪਹਿਰ ਮਿਲਾ ਕੇ ਇੱਕ ਦਿਨ ਬਣਦਾ ਹੈ। ਹੁਣ ਜੋ ਜੀਵ ਇਸਤਰੀਆਂ ਜਿਹੜੇ ਜਗਿਆਸੂ ਰੱਬ ਦੀ ਯਾਦ ਵਿੱਚ ਜੁੜੇ ਹੋਏ ਨੇ, ਉਹਨਾਂ ਦਾ ਦਿਨ ਵੀ ਭਲਾ ਹੈ ਤੇ ਉਹਨਾਂ ਦੀ ਰਾਤ ਵੀ ਸੁਹਾਵਣੀ ਹੈ। ਸਰੀਰ ਦਾ ਕਰਮ ਹੈ ਕਿ ਸਰੀਰ ਰਾਤ ਦੇ ਸਮੇਂ ਵਿਸ਼ਰਾਮ ਵਿੱਚ ਹੋਵੇਗਾ। ਰੱਬ ਦੇ ਪਿਆਰੇ 8 ਪਹਿਰ ਉਹਦੀ ਯਾਦ ਵਿੱਚ ਜੁੜ ਕੇ ਰਹਿੰਦੇ ਨੇ। ਉਹ ਸੁੱਤੇ ਹੋਏ ਵੀ ਰੱਬ ਨਾਲ ਜੁੜੇ ਹੋਏ ਨੇ। ਸੰਸਾਰੀ ਬੰਦਾ ਐਨ ਅੱਖਾਂ ਖੋਲ ਕੇ ਬੈਠਾ ਵੀ ਰੱਬ ਤੋਂ ਦੂਰ ਟੁੱਟਿਆ ਹੋਇਆ ਬੈਠਾ ਹੈ। ਸਾਹਿਬ ਨੇ ਇੱਕ ਬਚਨ ਆਖਿਆ ਸੰਸਾਰੀ ਲੋਕਾਂ ਦੀ ਹਾਲਤ ਬਿਆਨ ਕਰਦਿਆਂ ਹੋਇਆਂ, ਰੱਬ ਦੇ ਪਿਆਰੇ ਤਾਂ 8 ਪਹਿਰ ਉਹਦੀ ਯਾਦ ਵਿੱਚ ਜੁੜੇ ਤੇ ਉਹਨਾਂ ਦਾ ਪਲ ਪਲ ਸੁਹਾਵਣਾ। ਪਰ ਸਾਹਿਬ ਕਹਿੰਦੇ ਨੇ ਕਿ ਸਾਡਾ ਕਰਮ ਜਿਹੜਾ ਹੈ, ਜੋ ਅਸੀਂ ਦਿਨ ਵਿੱਚ ਨਿਭਾ ਰਹੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਲੂਣਾ ਦੇ ਕੇ ਗੁਰਬਾਣੀ ਦੇ ਰਾਹੀਂ ਸਮਝਾਇਆ। ਸਾਹਿਬ ਆਖਦੇ ਨੇ ਕਿ ਇਸ ਸੰਸਾਰ ਦੇ ਉੱਤੇ ਵਿਚਰਦਿਆਂ ਹੋਇਆਂ ਆਪਾਂ ਜੀਵਨ ਗੁਜ਼ਾਰਦੇ ਹਾਂ। ਦਿਨ ਦੇ 4 ਪਹਿਰ ਉਹ ਆਪਾਂ ਖਾ ਕੇ ਗੁਜ਼ਾਰ ਲਏ, ਜਿਹੜੇ ਰਾਤ ਦੇ 4 ਪਹਿਰ ਸੀ ਉਹਨਾਂ ਨੂੰ ਸੌਂ ਕੇ ਗੁਜ਼ਾਰ ਦਿੱਤਾ। 4 ਪਹਿਰ ਦਿਨ ਦੇ ਕਰਮ ਕੀਤੇ, ਖਾਣਾ ਪੀਣਾ ਇਤਿਆਦ ਜੋ ਕੁਝ ਵੀ ਸੀ ਉਹ ਨਿਭਾ ਲਿਆ। ਤੇ ਜਦੋਂ ਰਾਤ ਆਈ ਫਿਰ ਸੋਚਿਆ ਵੀ ਹੁਣ ਤੇ ਇੱਕੋ ਕਰਮ ਹੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਉਹ ਕਰਮ ਰਾਤ ਨੂੰ ਕੇਵਲ ਨੀਂਦ, ਸਰੀਰ ਦੇ ਤਲ ਤੱਕ ਜੁੜੇ ਰਹਿ ਗਏ। ਪਰ ਹੋਇਆ ਕੀ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਰੀਰ ਦਿਨ ਦੇ ਸਮੇਂ ਖਾ ਪੀ ਕੇ ਕਿਰਤ ਬਾਹਰਲੀ ਕਰਕੇ ਗੁਜ਼ਾਰ ਲਿਆ, ਰਾਤ ਦਾ ਵੇਲਾ ਸੌਂ ਕੇ ਗੁਜ਼ਾਰ ਦਿੱਤਾ। ਤੇ ਇਹ ਅਮੋਲਕ ਜਨਮ ਜਿਹੜਾ ਬਹੁਤ ਸ੍ਰੇਸ਼ਟ ਮੁੱਲ ਵਾਲਾ ਹੈ, ਇਹਦੀ ਸਾਰ ਜਦੋਂ ਅਸੀਂ ਨਾ ਜਾਣ ਸਕੇ, ਸਾਹਿਬ ਕਹਿੰਦੇ ਇਹ ਤਾਂ ਵਿਅਰਥ ਹੀ ਗੁਆਚਦਾ ਚਲਿਆ ਗਿਆ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਦੂਜੇ ਬੰਦ ਦੀ ਸ਼ੁਰੂਆਤ ਵਿੱਚ ਸਾਹਿਬ ਜੀ ਨੇ ਕਿਰਪਾ ਕੀਤੀ। ਸਾਹਿਬ ਕਹਿੰਦੇ ਭਿੰਨੜੀ ਰੈਣ ਭਲੀ ਦਿਨ ਸੁਹਾਏ RAM। ਉਹਨਾਂ ਦਾ ਦਿਨ ਤੇ ਰਾਤ ਸੁਹਾਵਣਾ ਹੈ। ਕਾਰਨ ਕਿਉਂਕਿ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਹਨ। ਨਿਜ ਘਰ ਸੂਤੜੀਏ ਪਿਰਮ ਜਗਾਏ RAM। ਹੁਣ ਸਾਹਿਬ ਕਿਰਪਾ ਕਰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ, ਉਹ ਗੁਰਦੇਵ ਦੇ ਸ਼ਬਦ ਬਾਣੀ ਦੇ ਰਾਹੀਂ ਸਾਨੂੰ ਜਗਾਉਂਦੇ ਨੇ। ਸਰੀਰ ਸਾਡੇ ਦੀ ਅਵਸਥਾ ਇਹ ਹੈ ਕਿ ਆਪਾਂ ਨੂੰ ਆਰਾਮ ਦੀ ਜ਼ਰੂਰਤ ਹੈ। ਪਰ ਸਾਹਿਬ ਆਖਿਆ ਵੀ ਇੱਦਾਂ ਦਾ ਆਰਾਮ ਨਹੀਂ ਚਾਹੀਦਾ ਕਿ ਬੰਦਾ ਗਾਫਲਤਾ ਦੀ ਨੀਂਦ ਵਿੱਚ ਚਲਿਆ ਜਾਏ, 8 ਪਹਿਰ ਰੱਬ ਤੋਂ ਟੁੱਟ ਕੇ ਰਹੇ। ਐਸੀ ਗਾਫਲਤਾ ਜਿਹੜੀ ਹੈ, ਸਾਹਿਬ ਕਹਿੰਦੇ ਨੇ ਇਹਦੇ ਤੋਂ ਹਲੂਣਾ ਦੇ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਗੁਰੂ ਕੀ ਬਾਣੀ, ਇਹ ਸਾਨੂੰ ਜਗਾਉਂਦੀ। ਕਰਤਾਰ ਕਰਤਾ ਪੁਰਖ ਵਾਹਿਗੁਰੂ ਆਪ ਸਾਨੂੰ ਹਲੂਣਾ ਦਿੰਦੇ ਹਨ। ਨਵਹਾਨ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਭਾਣੀਆਂ। ਜਿਹੜੇ ਸ਼ਬਦ ਨਾਲ ਜੁੜ ਗਏ ਉਹ ਸਦ ਜਾਗਦੇ ਨੇ, ਉਹ ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਨੇ। ਉਹ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਗਾਫਲਤਾ ਦੀ ਨੀਂਦ ਨਹੀਂ ਸੌਂਦੇ, ਉਹ ਔਗਣਾਂ ਦੇ ਚਿੱਕੜ ਵਿੱਚ ਨਹੀਂ ਫਸਦੇ। ਸਾਹਿਬ ਕਹਿੰਦੇ ਉਹਨਾਂ ਦੀ ਉਮਰ ਜਿਹੜੀ ਹੈ ਉਹ ਨਵੀਨ, ਉਹਨਾਂ ਦਾ ਪਲ ਪਲ ਸੁਹਾਵਣਾ ਹੈ। ਤੇ ਉਹ ਆਪਣੇ ਪ੍ਰਭੂ, ਆਪਣੇ ਪਿਰ ਭਾਣੀਆਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਤੀ ਨੂੰ
ਉਹ ਜੀਵ ਇਸਤਰੀਆਂ ਸੋਹਣਦੀਆਂ ਚੰਗੀਆਂ ਲੱਗਦੀਆਂ ਹਨ। ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ। ਹੁਣ ਜੇ ਕੋਈ ਜਗਿਆਸੂ ਇਹ ਕਹੇ ਵੀ ਮਹਾਰਾਜ ਸਾਡੇ ਲਈ ਕੀ ਹੁਕਮ ਹੈ, ਅਸੀਂ ਉਹਨਾਂ ਜੀਵ ਇਸਤਰੀਆਂ ਦੇ ਵਾਂਗ ਕਿਵੇਂ ਹੋ ਜਾਈਏ ਜਿਨ੍ਹਾਂ ਨੇ ਆਪ ਜੀ ਦੇ ਪ੍ਰੇਮ ਨੂੰ ਹਾਸਲ ਕਰ ਲਿਆ, ਤਾਂ ਸਤਿਗੁਰੂ ਜੀ ਫਿਰ ਜੁਗਤ ਦੱਸਦੇ ਨੇ, ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ। ਤਜ ਭਾਵ ਹੈ ਵੀ ਛੱਡ ਦਈਏ, ਝੂਠ ਦੀ ਆਦਤ ਛੱਡ ਦਈਏ, ਕਪਟ ਛਲ ਕਰਨੇ ਛੱਡੀਏ। ਸਾਹਿਬ ਕਹਿੰਦੇ ਦੂਜਾ ਸੁਭਾਉ ਭਾਵ ਦੋ ਰੁਖੀ ਚਾਲ ਰੱਖ ਕੇ ਇੱਕ ਪਾਸਾ ਕਰੀਏ ਵੀ ਕਰਤਾਰ ਨਾਲ ਜੁੜਨਾ ਹੈ, ਗੁਰੂ ਕੇ ਹੁਕਮ ਨੂੰ ਸਤ ਕਰਕੇ ਮੰਨਣਾ ਹੈ, ਗੁਰੂ ਕੇ ਬਚਨਾਂ ਨੂੰ ਜਿਹੜਾ ਹੈ ਉਹ ਸ੍ਰੇਸ਼ਟ ਜਾਣਨਾ ਹੈ। ਸਾਹਿਬ ਕਹਿੰਦੇ ਇੱਥੇ ਦੋ ਰੁਖੀ ਚਾਲ ਨਹੀਂ ਚੱਲਦੀ। ਸਤਿਗੁਰੂ ਨੇ ਆਖਿਆ ਨਾ, ਦੁਬਿਧਾ ਨਾ ਪੜੋ ਹਰ ਬਿਨੁ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪੂਜਾ ਦਾ ਨਿਯਮ ਇਹ ਹੈ ਵੀ ਜੇ ਇਸ ਰਾਹ ਤੇ ਤੁਰਨਾ ਹੈ ਮਨ ਨੂੰ ਇੱਕ ਪਾਸੇ ਰੱਖ ਕੇ ਤੁਰਨਾ ਪਵੇਗਾ, ਦੋ ਰੁਖੀ ਚਾਲ ਨਹੀਂ। ਆਪਾਂ ਆਮ ਇਹ ਬਚਨ ਕਹਿ ਦਿੰਨੇ ਆ ਕਿ ਦੋ ਬੇੜੀਆਂ ਦਾ ਸਵਾਰ ਕਦੇ ਕਿਨਾਰੇ ਤੇ ਨਹੀਂ ਪਹੁੰਚ ਸਕਦਾ। ਇਸੇ ਤਰ੍ਹਾਂ ਧਰਮ ਦੀ ਦੁਨੀਆ ਅੰਦਰ ਜੇ ਰੱਬ ਦੇ ਨਾਲ ਸੱਚ ਕਰਕੇ ਜੁੜਨਾ ਹੈ, ਜੇ ਪ੍ਰਭੂ ਦੀ ਸਾਂਝ ਨੂੰ ਪ੍ਰਾਪਤ ਕਰਨਾ ਹੈ, ਸਾਹਿਬ ਕਹਿੰਦੇ ਨੇ ਫਿਰ ਦੂਜੇ ਭਾਅ ਨੂੰ ਦੂਜੇ ਪਾਸੇ ਨੂੰ ਤਿਆਗ ਕੇ ਆਸ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਰੱਖਣੀ ਪਵੇਗੀ। ਪ੍ਰਾਣੀ ਏਕੋ ਨਾਮ ਧਿਆਵੋ, ਆਪਣੀ ਪਤ ਛੇਤੀ ਕਰ ਜਾਓ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ, ਇੱਕ ਦੀ ਆਸ ਨੂੰ ਮਨ ਵਿੱਚ ਰੱਖਣਾ, ਤੇ ਅਗਲਾ ਬਚਨ ਕੀਤਾ ਚਾਕਰੀ ਲੋਕਾਣੀਆਂ, ਲੋਕਾਂ ਦੀ ਚਾਕਰੀ ਮੁਥਾਜੀ ਨੂੰ ਛੱਡ ਦੇਣਾ। ਇਹ ਇੱਕ ਜੁਗਤ ਹੈ, ਇਹ ਇੱਕ ਨਿਯਮ ਹੈ। ਜਦੋਂ ਇਹਨਾਂ ਨਿਯਮਾਂ ਨੂੰ ਨਿਭਾਵਾਂਗੇ, ਜਦੋਂ ਇਸ ਮਰਿਆਦਾ ਦੇ ਤਹਿਤ ਜੀਵਨ ਹੋਵੇਗਾ, ਸਾਹਿਬ ਕਹਿੰਦੇ ਨੇ ਫਿਰ ਉਸ ਜੀਵ ਨੂੰ ਸदैव ਕਾਲ ਦੇ ਵਾਸਤੇ ਦਿਨ ਦੇ 8 ਪਹਿਰ ਕਰਤਾ ਪੁਰਖ ਵਾਹਿਗੁਰੂ ਪ੍ਰਭੂ ਆਪਣੇ ਅੰਗ ਸੰਗ ਵਸਦਾ ਹੋਇਆ ਪ੍ਰਤੀਤ ਹੋਵੇਗਾ, ਕਿਉਂਕਿ ਕੇਵਲ ਤਾਂ ਕੇਵਲ ਨਿਰੰਕਾਰ ਵਾਹਿਗੁਰੂ ਜੀ ਦਾ ਹੀ ਸਾਥ ਹੈ। ਕਿਸੇ ਸੰਸਾਰੀ ਬੰਦੇ ਦੀ ਕੋਈ ਚਾਕਰੀ, ਕਿਸੇ ਤਰ੍ਹਾਂ ਦੀ ਕੋਈ ਔਗਣ ਦੀ ਪੂਜਾ ਨਹੀਂ ਹੋ ਰਹੀ। ਸਾਹਿਬ ਆਖਿਆ ਚਾਕਰੀ ਛੱਡ ਦਈਏ, ਲੋਕਾਈ ਦੇ ਵਿੱਚ ਵਸਦਿਆਂ ਹੋਇਆਂ ਉਪਰਾਮ ਰਹਿ ਕੇ ਪਰਮ ਅਵਸਥਾ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਮਾਣ ਲਈਏ। ਮੈਂ ਨਾਮ ਹਰ ਕਾ ਹਾਰ ਕੰਠੇ, ਸਾਚ ਸ਼ਬਦ ਨੀਸਾਣਿਆ। ਜਦ ਜੀਵਨ ਦੇ ਵਿੱਚੋਂ ਔਗਣ ਖਤਮ ਹੋ ਗਏ ਤਾਂ ਸਾਹਿਬ ਕਹਿੰਦੇ ਮੈਂ ਨਾਮ ਹਰ ਕਾ ਹਾਰ ਕੰਠੇ। ਜਿਸ ਪ੍ਰਕਾਰ ਗਲੇ ਦੇ ਅੰਦਰ ਕਿਸੇ ਧਾਤ ਦਾ, ਕੋਈ ਸੋਨੇ ਦਾ, ਹੀਰਿਆਂ ਦਾ ਹਾਰ ਪਾਉਂਦਾ ਹੈ ਵੀ ਸ਼ੋਭਾ ਵਧੇ, ਰੱਬ ਦੇ ਪਿਆਰਿਆਂ ਦੇ ਗਲ ਅੰਦਰ ਨਾਮ ਦਾ ਹਾਰ ਹੈ, ਉਹਨਾਂ ਦੀ ਸ਼ੋਭਾ ਸਾਚ ਸ਼ਬਦ ਨਿਸ਼ਾਨਿਆ। ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਦੇ ਨੇ, ਕਿਉਂਕਿ ਨਾਮ ਦੇ ਅੰਦਰ ਇੰਨੀ ਬਰਕਤ ਹੈ। ਨਾਮ ਉਹਨਾਂ ਦੀ ਅਗਵਾਈ ਕਰਦਾ ਹੈ, ਨਾਮ ਦੀ ਅਗਵਾਈ ਵਿੱਚ ਚੱਲ ਕੇ ਉਹ ਕਰਤਾਰ ਦੇ ਚਰਨਾਂ ਵਿੱਚ ਅਭੇਦ ਹੋ ਜਾਂਦੇ ਹਨ। ਕਰ ਜੋੜ ਨਾਨਕ ਸਾਚ ਮੰਗੈ, ਨਦਰ ਕਰ ਤੁਧ ਭਾਣਿਆ। ਦੂਜੇ ਬੰਦ ਦੀ ਸਮਾਪਤੀ ਸਾਹਿਬ ਆਖਣ ਲੱਗੇ ਹੱਥ ਜੋੜ ਕਰਕੇ ਇੱਕ ਦਾਤ ਮੰਗਣੀ ਹੈ। ਹੇ ਕਰਤਾ ਪੁਰਖ ਵਾਹਿਗੁਰੂ, ਮੰਗਣਾ ਤੇਰੇ ਕੋਲੋਂ ਕੀ ਹੈ? ਕੇਵਲ ਨਾਮ ਦੀ ਦਾਤ। ਹੇ ਸੱਚੇ ਸਤਿਗੁਰੂ, ਹੇ ਗੁਰਦੇਵ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸੱਚ ਹੈ। ਤੇਰੀ ਨਜ਼ਰ, ਤੇਰੀ ਮਿਹਰਮਤ ਹੋ ਜਾਵੇ ਤਾਂ ਸਾਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ। ਫਿਰ ਸਤਿਗੁਰੂ ਨੇ ਸਾਨੂੰ ਜਗਾਉਣ ਦੇ ਲਈ, ਭਾਵ ਅਸੀਂ ਅੰਤਰ ਆਤਮੇ ਸੰਸਾਰ ਦੀ ਮੋਹ ਮਾਇਆ ਦੇ ਅੰਦਰ ਖਚਤ ਹੋ ਕੇ ਅਕਸਰ ਹੀ ਜਿਹੜਾ ਧਰਮ ਵਾਲੇ ਪਾਸੇ ਤੋਂ ਸੌਂ ਜਾਂਦੇ ਆ। ਸੌਣ ਦਾ ਭਾਵ ਇਹ ਨਹੀਂ ਵੀ ਜਿਹੜੀ ਸੰਸਾਰੀ ਨੀਂਦ ਹੈ, ਆਪਾਂ ਦਿਨ ਦੇ ਸਮੇਂ ਜਾਗਦੇ ਹੋਏ ਵੀ ਜਦੋਂ ਧਰਮ ਦੀ ਮਰਿਆਦਾ ਵਿੱਚ ਨਹੀਂ ਆਉਂਦੇ, ਜਦੋਂ ਗੁਰਦੇਵ ਦੀ ਬਾਣੀ ਨਹੀਂ ਪੜ੍ਹਦੇ, ਤਾਂ ਸਮਝੀਏ ਵੀ ਆਪਾਂ ਸੁੱਤੇ ਹੋਏ ਆ। ਸਾਹਿਬ ਕਹਿੰਦੇ ਨੇ, ਹੇ ਸੋਹਣੇ ਨੈਣਾ ਵਾਲੀ ਜੀਵ ਇਸਤਰੀ, ਤੇਰੇ ਬਾਹਰੀ ਕਰਮ ਬਹੁਤ ਚੰਗੇ ਨੇ, ਤੇਰੇ ਤਨ ਦੀ ਸੁੰਦਰਤਾ ਇੱਕ ਪਾਸੇ, ਪਰ ਗੁਰੂ ਕੀ ਬਾਣੀ ਤੈਨੂੰ ਆਵਾਜ਼ ਦੇ ਕੇ ਅੰਤਰ ਆਤਮੇ ਤੋਂ ਜਗਾ ਰਹੀ ਹੈ। ਤੂੰ ਹਿਰਦੇ ਤੋਂ ਜਾਗ,
ਤਾਂ ਕਿ ਤੇਰੇ ਹਿਰਦੇ ਦੇ ਅੰਦਰ ਪ੍ਰਭੂ ਦੇ ਨਾਮ ਦੀ ਵਡਿਆਈ, ਉਹਦੇ ਨਾਮ ਦੀ ਮਹਿਮਾ ਨੂੰ ਜਪਣ ਦਾ, ਕਰਨ ਦਾ ਕੋਈ ਚਾਉ ਪੈਦਾ ਹੋ ਸਕੇ। ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ। ਹੁਣ ਜਿਨ੍ਹਾਂ ਨੇ ਗੁਰਦੇਵ ਦੀ ਆਵਾਜ਼ ਨੂੰ ਸੁਣ ਲਿਆ, ਜਿਨ੍ਹਾਂ ਨੇ ਗੁਰੂ ਕੇ ਹੁਕਮਾਂ ਨੂੰ ਸਤ ਕਰਕੇ ਆਪਣੇ ਜੀਵਨ ਦੇ ਵਿੱਚ ਹੰਢਾ ਲਿਆ, ਸਤ ਕਰਕੇ ਆਪਣੇ ਜੀਵਨ ਵਿੱਚ ਜਿਨ੍ਹਾਂ ਨੇ ਗੁਰੂ ਕੀ ਮਰਿਆਦਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ, ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ ਉਹ ਸੁਣਦੇ ਉਪਰੰਤ ਮੰਨਣ ਤੋਂ ਬਾਅਦ ਆਪਣੇ ਜੀਵਨ ਦੇ ਅੰਦਰ ਅਕਥ ਕਹਾਣੀ, ਜਿਹੜੀ ਕਥੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ, ਜਿਸ ਪ੍ਰਭੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਜਦੋਂ ਉਹ ਉਹਦਾ ਨਾਮ ਸੁਣਦੇ ਨੇ, ਜਦੋਂ ਉਹਦੀ ਯਾਦ ਵਿੱਚ, ਵਡਿਆਈ ਵਿੱਚ ਜੁੜਦੇ ਨੇ, ਤਾਂ ਉਹਦੇ ਵਿੱਚ ਅਭੇਦਤਾ ਜ਼ਰੂਰ ਹਾਸਲ ਕਰ ਲੈਂਦੇ ਹਨ। ਅਕਥ ਕਹਾਣੀ ਪਦ ਨਿਰਬਾਣੀ, ਕੋ ਵਿਰਲਾ ਗੁਰਮੁਖ ਬੂਝੈ। ਕਰਤਾ ਪੁਰਖ ਵਾਹਿਗੁਰੂ ਜੀ ਦਾ ਅੰਤ ਨਹੀਂ ਹੈ, ਉਹਨਾਂ ਦੀ ਮਹਿਮਾ ਵਡਿਆਈ ਸਾਰੀ ਕਥੀ ਕਹੀ ਨਹੀਂ ਜਾ ਸਕਦੀ, ਪਰ ਜੇ ਕੋਈ ਇਸ ਰਾਹ ਦੇ ਉੱਤੇ ਤੁਰ ਪਵੇ, ਬੰਦਗੀ ਭਗਤੀ ਕਰ ਲਵੇ, ਸੇਵਾ ਸਿਮਰਨ ਦੇ ਰਾਹ ਤੇ ਤੁਰ ਪਏ, ਪਦ ਨਿਰਬਾਣੀ ਭਾਵ ਵਾਸ਼ਨਾ ਤੋਂ ਰਹਿਤ ਹੋ ਕਰਕੇ ਇੱਕ ਐਸੀ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਹਿਬ ਕਹਿੰਦੇ ਨੇ ਜਿੱਥੇ ਪ੍ਰਭੂ ਦੇ ਚਰਨਾਂ ਵਿੱਚ ਅਭੇਦਤਾ ਪ੍ਰਾਪਤ ਹੋ ਜਾਂਦੀ, ਪਰ ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਲੇ ਕੋ ਵਿਰਲਾ ਗੁਰਮੁਖ ਬੂਝੈ, ਸਾਰੇ ਨਹੀਂ, ਕੋਈ ਵਿਰਲੇ ਹਨ ਜਿਨ੍ਹਾਂ ਨੇ ਇਸ ਅਵਸਥਾ ਨੂੰ, ਇਸ ਪਰਮ ਆਨੰਦ ਨੂੰ ਹਾਸਲ ਕਰ ਲਿਆ ਹੈ। ਉਹ ਸ਼ਬਦ ਸਮਾਏ ਆਪ ਗਵਾਏ, ਤ੍ਰਿਭਵਨ ਸੋਜੀ ਸੂਝੈ। ਉਹ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਸਾਰੇ ਘਟ ਘਟ ਵਿੱਚ ਰਮਿਆ ਹੋਇਆ, ਕਣ ਕਣ ਵਿੱਚ ਸਮਾਇਆ ਹੋਇਆ। ਸਾਹਿਬ ਕਹਿੰਦੇ ਜਦੋਂ ਜੀਵ ਜਗਿਆਸੂ ਰੂਪ ਹੋ ਕੇ ਸ਼ਬਦ ਨਾਲ ਜੁੜਦੇ ਹਨ, ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਆਪ ਖਤਮ ਹੁੰਦੀ, ਭਾਵ ਹਉਮੈ ਗਵਾਚ ਜਾਂਦੀ, ਉਹ ਮੈਂ ਨੂੰ ਛੱਡ ਦਿੰਦੇ ਨੇ। ਧਰਮ ਦੇ ਰਾਹ ਤੇ ਤੁਰਨ ਵਾਸਤੇ ਸਭ ਤੋਂ ਜ਼ਰੂਰੀ ਹੈ ਵੀ ਬੰਦਾ ਆਪਣੀ ਮੈਂ ਨੂੰ ਛੱਡ ਦੇਵੇ, ਜਿਹੜਾ ਕਿ ਕਰਮ ਸਭ ਤੋਂ ਔਖਾ ਹੈ। ਬੰਦਾ ਪੈਸੇ ਦਾ ਦਾਨ ਕਰ ਦਿੰਦਾ ਹੈ, ਔਰ ਕਿੱਡੀ ਕਮਾਲ ਦੀ ਗੱਲ ਹੈ ਵੀ ਪੈਸੇ ਦਾਨ ਵਿੱਚ ਦੇ ਕੇ, ਪੈਸੇ ਭੇਟਾ ਵਿੱਚ ਦੇ ਕੇ ਵੀ ਕਹਿੰਦਾ ਵੀ ਮੈਂ ਇੰਨੇ ਪੈਸੇ ਭੇਟਾ ਵਿੱਚ ਦਿੱਤੇ, 4 ਲੋਕਾਂ ਵਿੱਚ ਪਤਾ ਲੱਗਣਾ ਚਾਹੀਦਾ। ਕੋ ਵਸਤ ਗੁਰੂ ਘਰ ਨੂੰ ਦੇ ਕੇ ਵੀ ਚਾਹੁੰਦਾ ਹੈ ਵੀ ਇਹਦਾ ਪਤਾ ਤਾਂ ਲੱਗੇ ਪਿੰਡ ਦੇ ਵਿੱਚ ਵੀ ਮੈਂ ਦਿੱਤੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰਦੇਵ ਜਿਸ ਵੇਲੇ ਰਾਜੇ ਸ਼ਿਵਨਾਭ ਦੇ ਪਾਸ ਗਏ ਨਾ, ਤੇ ਮਹਾਰਾਜ ਨੇ ਉਹਨੂੰ ਇੱਕੋ ਹੀ ਬਚਨ ਆਖਿਆ ਸੀ। ਜਦੋਂ ਸਤਿਗੁਰੂ ਜੀ ਗਰੀਬ ਨਿਵਾਜ ਜੀ ਦੇ ਨਾਲ ਉਹਦੀ ਵਿਚਾਰ ਚਰਚਾ ਹੁੰਦੀ ਹੈ, ਉਹ ਪ੍ਰਭਾਵਿਤ ਬੜਾ ਹੋਇਆ, ਤੇ ਉਹਨੇ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਮੇਰੇ ਮਹਿਲਾਂ ਵਿੱਚ ਜਾ ਕੇ ਆਸਣ ਕਰੋ। ਤਾਂ ਜਨਮ ਸਾਖੀ ਦਾ ਕਰਤਾ ਲਿਖਦਾ ਹੈ ਕਿ ਸਾਹਿਬ ਨੇ ਆਖਿਆ ਵੀ ਚੱਲਾਂਗੇ ਜ਼ਰੂਰ, ਪਰ ਦਖਣਾ ਵਿੱਚ ਕੀ ਦੇਵੇਂਗਾ, ਸਾਨੂੰ ਕੀ ਦੇਵੇਂਗਾ। ਹੁਣ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਆਪਣਾ ਸਭ ਕੁਝ ਨਿਸ਼ਾਵਰ ਕਰਨ ਦੀ ਭਾਵਨਾ ਰੱਖਦਾ। ਉਹਨਾਂ ਆਖਿਆ ਮਹਾਰਾਜ ਮਹਿਲਾਂ ਵਿੱਚ ਟਿਕਾਣਾ ਤਾਂ ਕਰੋ, ਮੇਰਾ ਰਾਜ ਤੁਹਾਡਾ ਹੋਇਆ। ਸਾਹਿਬ ਆਖਣ ਲੱਗੇ ਰਾਜ ਤੇਰਾ ਹੈ। ਕਹਿਣ ਲੱਗੇ ਸਤਿਗੁਰੂ ਨੇ ਸਮਝਾਇਆ, ਭਾਈ ਤੂੰ ਕਹਿੰਦਾ ਤੇਰਾ ਹੈ, ਤੇਰੇ ਤੋਂ ਪਹਿਲਾਂ ਤੇਰਾ ਪਿਤਾ ਕਹਿੰਦਾ ਸੀ ਮੇਰਾ ਹੈ, ਇਹ ਰਾਜ ਤੇਰਾ ਕੱਲ ਨੂੰ ਨਹੀਂ ਰਹੇਗਾ। ਦੂਜਾ ਬਚਨ ਉਹਨੇ ਕਿਹਾ ਮਹਾਰਾਜ ਮੇਰਾ ਤਨ ਹਾਜ਼ਰ। ਸਾਹਿਬ ਆਖਣ ਲੱਗੇ ਤਨ ਤੇਰਾ ਹੈ, ਤਨ ਦੇ ਬਾਰੇ ਸਮਝ ਰਾਜਾ ਸ਼ਿਵਨਾਭ, ਤਨ ਹਾੜੀ, ਤਨ ਜਿਹੜਾ ਹੈ ਇਹ ਹੱਡੀਆਂ ਮਾਸ ਨਾੜੀਆਂ ਦਾ ਬਣਿਆ ਹੋਇਆ ਇੱਕ ਢਾਂਚਾ ਹੈ, ਇਹਦੇ ਅੰਦਰ ਰੱਬੀ ਜੋਤ ਵਸਦੀ ਹੈ, ਉਹ ਜੋਤ ਪਾਸੇ ਹੋ ਗਈ, ਤਨ ਦਾ ਵੀ ਦਾਵਾ ਮੁੱਕ ਜਾਂਦਾ ਹੈ। ਤੀਸਰਾ ਬਚਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਮੇਰਾ ਮਨ ਹਾਜ਼ਰ। ਸਾਹਿਬ ਆਖਣ ਲੱਗੇ ਮਨ ਟਿਕਾ ਵਿੱਚ ਹੈ, ਟਿਕਿਆ ਹੋਇਆ ਹੈ। ਕਹਿਣ ਲੱਗਾ ਨਹੀਂ। ਤਾਂ ਫਿਰ ਇਹਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਮੈਂ ਕੀ ਭੇਟਾ ਕਰਾਂ। ਤਾਂ ਸਾਹਿਬ ਕਿਹਾ ਸੀ ਆਪਣੀ ਮੈਂ ਦੇ, ਆ ਜਿਹੜੀ ਮੈਂ ਦੀ ਰੱਟ ਲਾਈ ਹੋਈ ਹੈ ਨਾ, ਮੇਰਾ ਰਾਜ, ਮੇਰਾ ਤਨ, ਮੇਰਾ ਮਨ, ਇਹ ਭੇਟਾ ਵਿੱਚ ਸਾਨੂੰ ਦੇ ਦੇ, ਕਿਉਂਕਿ ਜਦ ਇਹ ਦੇਵੇਂਗਾ ਤੇ ਤਾਂ ਹੀ ਸ਼ਬਦ ਨੇ ਤੇਰੇ ਮਨ ਉੱਪਰ ਅਸਰ ਕਰਨਾ ਹੈ। ਇੱਥੇ ਸਾਹਿਬ ਆਖਿਆ ਭਾਈ ਉਹ ਸ਼ਬਦ ਸਮਾਏ ਆਪ ਗਵਾਏ, ਤ੍ਰਿਭਵਨ ਸੋਝੀ ਸੂਝੇ। ਜਦੋਂ ਕੋਈ ਸ਼ਬਦ ਨਾਲ ਜੁੜੇਗਾ, ਸ਼ਬਦ ਨਾਲ ਜੁੜੇ ਹੋਏ ਦੀ ਹਉਮੈ ਹੰਗਤਾ ਚਲੇ ਜਾਂਦੀ ਹੈ, ਕਿਉਂਕਿ ਨਾਮ ਤੇ ਹਉਮੈ ਦਾ ਇੱਕ ਜਗ੍ਹਾ ਤੇ ਵਾਸਾ ਕੋਈ ਨਹੀਂ, ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਜਿੱਥੇ ਹਉਮੈ ਉੱਥੇ ਨਾਮ ਨਹੀਂ ਵਸਣਾ,
ਜਿੱਥੇ ਨਾਮ ਹੈ ਉੱਥੋਂ ਹਉਮੈ ਦੂਰ ਚਲੀ ਜਾਂਦੀ ਹੈ। ਸਾਹਿਬ ਕਹਿੰਦੇ ਨੇ ਸ਼ਬਦ ਵਿੱਚ ਜੁੜ ਕੇ ਹਉਮੈ ਮੁੱਕ ਗਈ, ਤਿੰਨਾਂ ਭਵਨਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਰਹਿ ਅਤੀਤ ਅਪਰੰਪਰ ਰਾਤਾ, ਸਾਚ ਮਨ ਗੁਣ ਸਾਰਿਆ। ਅਤੀਤ ਦਾ ਅਰਥ ਹੈ ਵੀ ਬੰਦਾ ਵੈਰਾਗੀ ਹੋ ਜਾਵੇ, ਤਿਆਗੀ ਹੋ ਜਾਵੇ। ਇੱਕ ਅਤੀਤ ਪੰਥ ਵੀ ਚੱਲਦਾ, ਇੱਕ ਮਾਰਗ ਵੀ ਚੱਲਦਾ ਹੈ। ਸਤਿਗੁਰੂ ਨੇ ਕਿਹਾ ਵੀ ਗੁਰਸਿੱਖ ਨੇ ਇਦਾਂ ਦੇ ਅਤੀਤ ਬਣਨਾ ਹੈ, ਰਹੇ ਉਹ ਗ੍ਰਸਤ ਵਿੱਚ, ਰਹੇ ਪਰਿਵਾਰ ਵਿੱਚ, ਕਿਰਤਕਾਰ ਵੀ ਕਰੇ। ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਪਰ ਇੰਨਾ ਕੁਝ ਕਰਦਿਆਂ ਹੋਇਆਂ ਕਰਤਾਰ ਦੀ ਯਾਦ ਨੂੰ ਹਿਰਦੇ ਵਿੱਚ ਰੱਖੇ, ਇਹ ਜਾਣ ਕੇ ਰੱਖੇ ਵੀ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ ਹੈ। ਇਦਾਂ ਦਾ ਅਤੀਤ ਹੋਣਾ ਸਿੱਖ ਦਾ ਗੁਰੂ ਨੂੰ ਪ੍ਰਵਾਨ ਹੈ। ਸਾਹਿਬ ਆਖਿਆ ਕਰਤਾ ਪੁਰਖ ਵਾਹਿਗੁਰੂ ਜੀ ਉਹਦੀ ਯਾਦ ਵਿੱਚ ਜੁੜ ਕੇ ਮਨ ਦੇ ਅੰਦਰ ਗੁਣਾਂ ਦੀ ਸਾਂਭ ਤੇ ਸੰਭਾਲ ਕਰਦਾ ਹੈ। ਗੁਰੂ ਕਾ ਸਿੱਖ ਜਦੋਂ ਸ਼ਬਦ ਨਾਲ ਜੁੜ ਜਾਂਦਾ ਹੈ, ਸੰਸਾਰ ਵਿੱਚ ਵਿਚਰਦਾ ਹੋਇਆ ਵੀ ਸਿੱਖ ਜਿਹੜਾ ਹੈ ਉਹ ਅਤੀਤ ਵਾਲਾ ਜੀਵਨ ਹੀ ਬਤੀਤ ਕਰਦਾ ਹੈ। ਭੰਗਰਨਾਥ ਜੋਗੀ ਮਹਾਰਾਜ ਜੀ ਤੋਂ ਗ੍ਰਸਤ ਬਾਰੇ ਸਵਾਲ ਕਰਦਾ ਹੈ ਤਾਂ ਸਤਿਗੁਰੂ ਉਹਨੂੰ ਅਤੀਤ ਦੇ ਅਸਲ ਅਰਥ ਸਮਝਾਉਂਦੇ ਨੇ। ਭੰਗਰਨਾਥ ਸੰਸਾਰ ਛੱਡ ਕੇ, ਪਰਿਵਾਰ ਛੱਡ ਕੇ, ਘਰ-ਬਾਰ ਛੱਡ ਕੇ ਜੰਗਲ ਬੇਲਿਆਂ ਵਿੱਚ ਬਹਿਣਾ ਇਹ ਅਤੀਤ ਦੇ ਗੁਣ ਨਹੀਂ। ਅਤੀਤ ਦੇ ਗੁਣ ਅਸਲ ਉਹ ਨੇ ਕਿ ਬੰਦਾ ਸੰਸਾਰ ਪਰਿਵਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਨਾ ਵਿਸਾਰੇ। ਸਾਹਿਬ ਆਖਣ ਲੱਗੇ ਇਦਾਂ ਦੇ ਅਤੀਤ ਬਣ ਕੇ ਵਿਚਰਨਾ ਹੈ ਤੇ ਵਾਹਿਗੁਰੂ ਜੀ ਦੇ ਗੁਣਾਂ ਦੀ ਸੰਭਾਲ ਕਰਨਾ, ਇਹ ਜੀਵਨ ਦਾ ਅਸਲ ਕਰਮ ਹੈ। ਉਹ ਪੂਰ ਰਹਿਆ ਸਰਬ ਠਾਈ, ਨਾਨਕਾ ਔਰ ਧਾਰਿਆ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ, ਬੰਦਗੀ ਭਗਤੀ ਕਰਨ ਵਾਲਿਆਂ ਦੇ ਹਿਰਦੇ ਅੰਦਰ ਵੀ ਉਹਦਾ ਵਾਸਾ ਹੈ। ਮਹਿਲ ਬੁਲਾਇੜੀਏ ਭਗਤ ਸਨੇਹੀ ਰਾਮ। ਕਰਤਾ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਉਹਦੀ ਉਪਮਾ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਆਂਦੇ ਨੇ ਉਹ ਆਪਣੇ ਗਲ ਨਾਲ ਪਤਾ ਕਿਉਂ ਲਾ ਲੈਂਦੇ ਨੇ ਬੰਦਗੀ ਭਗਤੀ ਕਰਨ ਵਾਲਿਆਂ ਨੂੰ, ਭਗਤ ਸਨੇਹੀ ਰਾਮ, ਕਿਉਂਕਿ ਰੱਬ ਭਗਤੀ ਨੂੰ ਪਿਆਰ ਕਰਦਾ ਹੈ। ਰੱਬ ਨੂੰ ਉਹਦੇ ਭਗਤ ਤਾਂ ਹੀ ਚੰਗੇ ਲੱਗਦੇ ਨੇ ਕਿਉਂਕਿ ਉਹ ਭਗਤੀ ਵਿੱਚ ਜੁੜ ਜਾਂਦੇ ਨੇ। ਆਪਾਂ ਅਕਸਰ ਇਹ ਬਚਨ ਸੁਣਦੇ ਹਾਂ ਕਿ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ, ਭਗਤੀ ਕਰਨੀ ਚਾਹੀਦੀ, ਪਰ ਉਹਦਾ ਨਿਯਮ ਕੀ ਹੈ? ਨਿਯਮ ਇਹ ਹੈ ਠਾਕੁਰ ਗਾਈਐ ਆਤਮ ਰੰਗ। ਜਦੋਂ ਉਹਦੀ ਬੰਦਗੀ ਭਗਤੀ ਨੂੰ ਆਤਮਾ ਦੇ ਰੰਗ ਤੋਂ ਪ੍ਰੇਮ ਦੇ ਸਹਿਤ ਕਰਾਂਗੇ, ਸਾਹਿਬ ਕਹਿੰਦੇ ਉਹਦਾ ਸੁਭਾਅ ਹੈ ਉਹ ਆਪਣੇ ਭਗਤਾਂ ਦੀ ਇੱਕ ਤਿਲ ਮਾਤਰ ਜਿੰਨੀ ਘਾਲਣਾ ਨੂੰ ਵਿਅਰਥ ਨਹੀਂ ਜਾਣ ਦਿੰਦਾ। ਆਪਣੇ ਮਹਿਲ ਬੁਲਾ ਲੈਂਦਾ, ਆਪਣੇ ਚਰਨਾਂ ਵਿੱਚ ਜੋੜ ਲੈਂਦਾ, ਪਰ ਕੋਈ ਪਿਆਰ ਦੇ ਸਹਿਤ, ਸਨੇਹ ਦੇ ਨਾਲ, ਭਾਵਨਾ ਦੇ ਸਹਿਤ ਭਗਤੀ ਨੂੰ ਕਰੇ। ਰੱਬ ਜੀ ਦਾ ਗੁਣ ਇਹ ਹੈ ਕਿ ਉਹ ਭਗਤਾਂ ਦੀ ਪੈਜ ਇੱਜ਼ਤ ਰੱਖਣ ਵਾਲਾ ਹੈ, ਉਹ ਭਗਤਾਂ ਨਾਲ ਭਗਤੀ ਨਾਲ ਸਨੇਹ ਕਰਨ ਵਾਲਾ ਹੈ। ਗੁਰਮਤਿ ਮਨ ਰਹਿਸੀ ਸੀਜਸ ਦੇਹੀ ਰਾਮ। ਸਾਹਿਬ ਆਖਣ ਲੱਗੇ ਗੁਰੂ ਦੀ ਮੱਤ ਨੂੰ ਗ੍ਰਹਿਣ ਕਰੀਏ ਤਾਂ ਇਸ ਦੇਹ ਨੂੰ ਜਿੱਤ ਸਕਦੇ ਹਾਂ। ਦੇਹ ਨੂੰ ਜਿੱਤਣ ਤੋਂ ਭਾਵ ਕਿ ਦੇਹ ਸਫਲ ਤਾਂ ਹੋਵੇਗੀ। ਸੰਸਾਰੀ ਬੰਦਾ ਚਾਰ ਛਿਲੜਾਂ ਇਕੱਠੀਆਂ ਕਰਕੇ ਕਹਿ ਲੈਂਦਾ ਵੀ ਦਿਨ ਸਫਲ ਗਿਆ, ਮਹੀਨਾ, ਸਾਲ ਸਫਲ ਗਿਆ। ਸਾਹਿਬ ਕਹਿੰਦੇ ਮੈਂ ਤਾਂ ਸਿੱਖ ਦਾ ਜਨਮ ਹੀ ਸਫਲ ਕਰਾਂਗਾ, ਪਰ ਉਹ ਹੋਵੇਗਾ ਕਿਵੇਂ? ਜਦੋਂ ਗੁਰੂ ਕੀ ਮੱਤ ਨੂੰ ਗ੍ਰਹਿਣ ਕਰ ਲਵਾਂਗੇ। ਮਨ ਮਾਰ ਰੀਜੈ ਸ਼ਬਦ ਸੀਜੈ, ਤ੍ਰੈ ਲੋਕ ਨਾਥ ਪਛਾਣਏ। ਗਰੀਬ ਨਿਵਾਜ ਆਖਦੇ ਨੇ ਆਪਣੇ ਮਨ ਦੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਨਾ ਹੋਣਗੇ ਕਿਵੇਂ? ਸ਼ਬਦ ਸੀਜੈ। ਜਦੋਂ ਸ਼ਬਦ ਨਾਲ ਜੁੜਾਂਗੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਔਗਣ ਖਤਮ ਹੋ ਜਾਵਣਗੇ। ਤਿੰਨਾਂ ਲੋਕਾਂ ਦੇ ਮਾਲਕ ਕਰਤਾ ਪੁਰਖ ਵਾਹਿਗੁਰੂ ਜੀ ਦੀ ਹੋਂਦ, ਉਹਦੀ ਸਤਾ ਦੀ ਪਛਾਣ ਆ ਜਾਵੇਗੀ। ਮਨ ਡੀਕ ਡੋਲ ਨਾ ਜਾਏ ਕਤਹੀ, ਆਪਣਾ ਫਿਰ ਜਾਣਏ। ਜਦੋਂ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਨੂੰ ਆਪਣਾ ਕਰਕੇ ਜਾਣ ਲਵਾਂਗੇ, ਫਿਰ ਮਨ ਦੀ ਭਟਕਣਾ ਖਤਮ ਹੋ ਜਾਵੇਗੀ। ਜਦੋਂ ਇੱਕ ਪਰਮੇਸ਼ਰ ਦਾ ਆਸਰਾ ਹੋਵੇਗਾ ਨਾ, ਜਦੋਂ ਅਵਸਥਾ ਇਹ ਬਣ ਜਾਵੇਗੀ ਕਿ ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਹੋਵੇਗਾ, ਫਿਰ ਔਗਣਾਂ ਦੇ ਕਰਕੇ ਮਨ ਕਦੀ ਜਿਹੜਾ ਹੈ ਉਹ ਡੋਲੇਗਾ ਨਹੀਂ। ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ,
ਮੈਂ ਤਾਣ ਤਕੀਆ ਤੇਰੋ। ਇੱਕੋ ਅਰਦਾਸ ਕਰੀਏ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਡਾ ਆਸਰਾ ਤੂੰ ਆਪ ਹੈ, ਤੇਰਾ ਹੀ ਆਸਰਾ, ਤੂੰ ਸਭਨਾਂ ਦਾ ਮਾਲਕ ਹੈ, ਔਰ ਤੇਰਾ ਹੀ ਆਸਰਾ ਅਸੀਂ ਕਲਯੁਗੀ ਜੀਵਾਂ ਨੇ ਤੱਕਿਆ ਹੋਇਆ ਹੈ। ਸਾਚ ਸੂਚਾ ਸਦਾ ਨਾਨਕ, ਗੁਰ ਸ਼ਬਦ ਝਗਰ ਨਬੀਰੋ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸदैव ਸੱਚ ਹੈ, ਜਿਸ ਨਿਰੰਕਾਰ ਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵੀ ਔਗਣ ਨਹੀਂ। ਸਾਹਿਬ ਕਹਿੰਦੇ ਜਦੋਂ ਸ਼ਬਦ ਦੇ ਦੁਆਰਾ ਉਹਦੇ ਨਾਲ ਜੁੜਾਂਗੇ, ਸ਼ਬਦ ਵਿੱਚ ਤਾਕਤ ਹੈ। ਸਾਡੇ ਔਗਣਾਂ ਦੇ ਵਿਕਾਰਾਂ ਦੇ ਝਗੜਿਆਂ ਨੂੰ ਗੁਰਦੇਵ ਦਾ ਸ਼ਬਦ ਖਤਮ ਕਰ ਸਕਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਦਾਤ ਬਖਸ਼ਿਸ਼ ਕੀਤੀ ਹੈ ਕਿ ਕਿਸ ਪ੍ਰਕਾਰ ਅਸੀਂ ਨਿਰੰਕਾਰ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਾ ਹੈ। ਨਾਮ ਨਾਲ ਜੁੜਾਂਗੇ, ਜੀਵਨ ਦੇ ਵਿੱਚੋਂ ਮੈਂ ਮੇਰੀ ਹਉਮੈ ਹੰਗਤਾ ਖਤਮ ਹੋਵੇਗੀ। ਜਦੋਂ ਹੰਗਤਾ ਖਤਮ ਹੋ ਗਈ, ਕਰਤਾ ਪੁਰਖ ਵਾਹਿਗੁਰੂ ਜੀ ਦੇ ਮਹਿਲ, ਉਸ ਨਿਰੰਕਾਰ ਵਾਹਿਗੁਰੂ ਜੀ ਦੇ ਦੇਸ਼ ਸਾਡੀ ਆਤਮਾ ਨੂੰ ਟਿਕਾਣਾ ਮਿਲੇਗਾ। ਵਾਹਿਗੁਰੂ ਜੀ ਦੇ ਚਰਨਾਂ ਦੀ ਸੰਗਤ ਪ੍ਰਾਪਤ ਹੋ ਜਾਵੇਗੀ। ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਕਰਨਾ। ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰਿਓ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਸਾਹਿਬਾਂ ਅਸੀਸ ਬਖਸ਼ੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਸ਼ੁਕਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਜੀ। ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ, ਮੈਂ ਤਾਣ ਤਕੀਆ ਤੇਰੋ। ਸਾਚ ਸੂਚਾ ਸਦਾ ਨਾਨਕ, ਗੁਰ ਸ਼ਬਦ ਝਗਰ ਨਬੀਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।